वाहिगुरु जी का खालसा वाहिगुरु जी की फतेह। गुरु प्यारी गुरु सवारी साध संगत आप जी शाम ਦੀ ਇਸ ਆਨਲਾਈਨ ਗੁਰਮਤਿ ਕਲਾਸ ਦੇ ਵਿੱਚ ਜੁੜ ਚੁੱਕੇ ਹੋ। ਲੜੀਵਾਰ ਗੁਰਬਾਣੀ ਦੀ ਸੰਥਿਆ ਆਪਾਂ ਕਰ ਰਹੇ ਹਾਂ। ਗੌੜੀ ਰਾਗ ਅਸ਼ਟਪਦੀਆਂ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੀਆਂ ਚੱਲ ਰਹੀਆਂ ਨੇ। 24 ਅੰਗ ਤੋਂ ਆਪਾਂ ਸਤਿਗੁਰਾਂ ਦਾ ਇਹ 9ਵੀਂ ਅਸ਼ਟਪਦੀ ਆਰੰਭ ਕਰਨੀ ਹੈ। ਸੋ ਆਓ ਸਤਿਗੁਰਾਂ ਦਾ ਧਿਆਨ ਧਰੀਏ, ਪਾਵਨ ਬਾਣੀ ਦੀ ਸੰਥਿਆ ਤੇ ਵਿਚਾਰ ਨਾਲ ਜੁੜੀਏ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਗੌੜੀ ਮਹੱਲਾ ਪਹਿਲਾ। ब्रह्म गर्भ किया नहीं जानिया, वेद की विपत पड़ी पशुतानिया, जय प्रभ सिमरे तही मन मानिया, ऐसा गर्भ बुरा संसार है, जिस गुर मिले तिस गर्भ निवारै रहाओ, बल राजा माया अहंकारी, जगन करे बहु भार अपारी, बिन गुर पूछै जाए प्यारी, हरि चंद दान करे जस लेवै, बिन गुर अंत न पाए अभेवै, आप भुलाए आपे मत देवै, दुर्मत हरनाकश दुराचारी, रब नारायण गर्भ प्रहारी, प्रहलाद उधारे कृपा धारी, भूलो रावण मुगध अचेत, लंका लूटी शीस समेत, लूटी लंका शीस समेत, गर्भ गया बिन सतगुर हेत, सहस बाहु मद कीट मैं खासा, हर नागश ले नखों विदासा, दैत संघार है बिन भगत बियासा, जरा संध काल जमन संघारे, रक्त बीज काल नेम बिदारे, दैत संघार संत निस्तारे, आपे सतगुर शब्द विचारे, दूजे भाए दैत संघारे, गुरमुख साच भगत निस्तारे, बूढ़ा दुर्योधन पत कोई, राम न जानिया करता सोई, जन को दुख पचै दुख होई, जन्मे जय गुर शब्द न जानिया, क्यों सुख पावै परम भुलानिया, एक तिल भूलै बहुर पछतानिया, कंस केस चांडूर न कोई, राम न चीनिया अपनी पत खोई, बिन जगदीश न राखै कोई, बिन गुर गर्भ न मिटिया जाए, गुरमत धर्म धीरज हर नाए, नानक नाम मिलै गुण गाए। पावन शब्द सतगुरां दा धन सतगुरु गुरु नानक देव महाराज जी पुराणियां उदाहरणां लैके समझाउंदे आ। हंकार नूं सतगुरु जी खत्म करन दा तरीका, जदों मनुख नूं हंकार हो जांदा है, सतगुरु सच्चे पातशाह जी कहंदे आ फिर वो हंकार भी रब आप ही उहदा दूर करदा है। उदाहरणां दित्तियां ने पुराणियां पुरातन उदाहरणां। ब्रह्म गर्भ किया नहीं जानिया। सतगुरु सच्चे पातशाह जी ने इत्थे जो साध संगत
ਸਭ ਤੋਂ ਪਹਿਲਾਂ ਨਾਮ ਬ੍ਰਹਮੇ ਦਾ ਲਿਆ ਹੈ। ਤਿੰਨਾਂ ਦੇਵਤਿਆਂ ਚੋਂ ਇੱਕ ਦੇਵਤਾ, ਉਹਨੂੰ ਹੰਕਾਰ ਹੋ ਗਿਆ ਸੀ, ਕਿਉਂਕਿ ਮੰਨਿਆ ਜਾਂਦਾ ਹੈ ਕਿ ਬ੍ਰਹਮਾ ਜਿਹੜਾ ਹੈ ਉਹ ਰੱਬ ਦੀ ਧੁਨੀ ਤੋਂ ਪੈਦਾ ਹੋਇਆ ਸੀ। ਉਹਨੂੰ ਹੰਕਾਰ ਹੋ ਗਿਆ ਕਿ ਮੈਂ ਕਿਸੇ ਦੀ ਨਾਭੀ ਚੋਂ, ਕਿਸੇ ਦੀ ਧੁਨੀ ਚੋਂ ਕਿਵੇਂ ਪੈਦਾ ਹੋ ਸਕਦਾ, ਕਿਉਂਕਿ ਹਿੰਦੂ ਮਤ ਦੇ ਅਨੁਸਾਰ ਬ੍ਰਹਮਾ ਰੱਬ ਦੀ ਧੁਨੀ ਚੋਂ ਪੈਦਾ ਹੋਇਆ, ਦੀ ਨਾਭੀ ਚੋਂ ਪੈਦਾ ਹੋਇਆ, ਤੇ ਫਿਰ ਉਹਨੇ ਸਾਰਾ ਸੰਸਾਰ ਬਣਾਇਆ ਬ੍ਰਹਮੇ ਨੇ। ਪਰ ਕਹਿੰਦੇ ਇਹਨੂੰ ਗਰਭ ਹੋ ਗਿਆ। ਇਹਨੂੰ ਗਰਭ ਇਹ ਹੋਇਆ ਕਿ ਮੈਂ ਏਡਾ ਵੱਡਾ ਦੇਵਤਾ, ਮੈਂ ਕਿਸੇ ਦੀ ਨਾਭੀ ਚੋਂ ਕਿਵੇਂ ਜਿਹੜਾ ਨਿਕਲ ਸਕਦਾ। ਹੁਣ ਇਹਨੇ ਵੇਦ ਰਚੇ ਸਨ। ਸਾਧ ਸੰਗਤ, ਜਿਹੜੇ ਵੇਦ ਅੱਜ ਪੜ੍ਹਦੇ ਆ, ਇਹਨੇ 4 ਵੇਦ ਰਚੇ ਸੀ। ਹੋਇਆ ਕੀ ਵੀ ਇਹਦੇ ਜਿਹੜੇ ਚਾਰੇ ਵੇਦ ਸਨ ਉਹ ਦੇਵਤਿਆਂ ਨੇ ਚੋਰੀ ਕਰ ਲਏ, ਦੇਵਤੇ ਖੋਹ ਕੇ ਲੈ ਗਏ ਇਹਦੇ ਕੋਲੋਂ। ਫਿਰ ਇਹਨੂੰ ਆਪਣੇ ਆਪ ਤੇ ਬੜਾ ਪਛਤਾਵਾ ਹੋਇਆ ਕਿ ਮੈਂ ਆਪਣੇ ਆਪ 'ਚ ਬੜਾ ਵੱਡਾ ਬਣਦਾ, ਪਰ ਮੇਰੇ ਕੋਲ ਤੇ ਵੇਦ ਵੀ ਨਹੀਂ ਲਏ ਗਏ, ਮੇਰੇ ਤੇ ਵੇਦ ਹੀ ਜਿਹੜੇ ਆ ਉਹ ਖੋਹ ਕੇ ਲੈ ਗਏ ਆ ਦੈਂਤ। ਇਹਨੂੰ ਬੜਾ ਸਾਧ ਸੰਗਤ ਪਛਤਾਵਾ ਆਇਆ। ਫਿਰ ਇਹਨੇ ਰੱਬ ਅੱਗੇ ਅਰਦਾਸ ਕੀਤੀ, ਵਾਹਿਗੁਰੂ ਅੱਗੇ, ਤੇ ਮਹਾਰਾਜ ਕਹਿੰਦੇ ਬ੍ਰਹਮੈ ਗਰਭ ਕੀਆ ਨਹੀਂ ਜਾਣਿਆ। ਬ੍ਰਹਮੇ ਨੇ ਗਰਭ ਕੀਤਾ ਪਰ ਜਾਣਿਆ ਨਹੀਂ, ਵਾਹਿਗੁਰੂ ਨੂੰ ਸਮਝ ਨਹੀਂ ਸਕਿਆ। ਵੇਦ ਕੀ ਵਿਪਤ ਬੜੀ ਪਛਤਾਨੇ ਆ। ਜਦੋਂ ਵੇਦਾਂ ਦੀ ਵਿਪਤੀ ਬੜੀ ਇਹਦੇ ਉੱਤੇ, ਜਦੋਂ ਇਹਨੂੰ ਪਤਾ ਲੱਗਾ ਵੀ ਹੁਣ ਮੇਰੇ ਹੱਥ ਵੱਸ ਕੁਝ ਨਹੀਂ, ਫਿਰ ਇਹਨੇ ਰੱਬ ਨੂੰ ਸਿਮਰਿਆ। ਜੈ ਪ੍ਰਭ ਸਿਮਰੇ ਤਹੀ ਮਨ ਮਾਨਿਆ। ਜਦੋਂ ਬਿਪਤਾ ਵੇਲੇ ਇਹਨੇ ਫਿਰ ਪਰਮਾਤਮਾ ਨੂੰ ਸਿਮਰਿਆ, ਫਿਰ ਵਾਹਿਗੁਰੂ ਨੇ ਇਹਦੀ ਸਹਾਇਤਾ ਕੀਤੀ ਤੇ ਇਹਦੇ ਵੇਦ ਜਿਹੜੇ ਸਨ ਦੈਤਾਂ ਨਾਲ ਰੱਬ ਨੇ ਜੰਗ ਰਚਾ ਕੇ ਦੈਤਾਂ ਦੇ ਕੋਲੋਂ ਵੇਦ ਖੋਹ ਕੇ ਇਹਨੂੰ ਫਿਰ ਵਾਪਸ ਕੀਤੇ ਸਨ। ਇਸ ਕਰਕੇ ਇਹਨੇ ਫਿਰ ਉਸ ਵਾਹਿਗੁਰੂ ਤੇ ਭਰੋਸਾ ਕੀਤਾ ਕਿ ਹਾਂ ਉਹ ਵਾਕਈ ਵੱਡਾ। ਐਸਾ ਗਰਭ ਬੁਰਾ ਸੰਸਾਰੇ। ਸਤਿਗੁਰ ਕਹਿੰਦੇ ਭਾਈ ਇਹ ਜਗਤ ਦੇ ਵਿੱਚ ਹੰਕਾਰ ਬੜਾ ਬੁਰਾ ਹੈ। ਐਸਾ ਗਰਭ ਬੁਰਾ ਸੰਸਾਰ ਹੈ। ਸੰਸਾਰ ਦੇ ਵਿੱਚ ਜਿਹੜੇ ਲੋਕ ਗਰਭ ਕਰਦੇ, ਹੰਕਾਰ ਕਰਦੇ ਆ, ਮਹਾਰਾਜ ਕਹਿੰਦੇ ਉਹਨਾਂ ਦੇ ਵਾਸਤੇ ਗਲਤ ਹੈ। ਸੰਸਾਰ ਦੇ ਵਿੱਚ ਹੰਕਾਰ ਕਰਨਾ ਅਸਲਾ ਖੋਣ ਦੇ ਬਰਾਬਰ ਹੈ, ਆਪਣੇ ਆਪ ਨੂੰ ਖਤਮ ਕਰਨ ਦੇ ਬਰਾਬਰ ਹੈ। ਜਿਸ ਗੁਰ ਮਿਲਿਆ ਤਿਸ ਗਰਭ ਨਿਵਾਰੇ। ਪਰ ਜਿਹਨੂੰ ਗੁਰੂ ਪ੍ਰਾਪਤ ਹੁੰਦਾ ਹੈ, ਗੁਰੂ ਐਸੀ ਰਹਿਮਤ ਕਰਦਾ ਹੈ, ਗੁਰੂ ਐਸੀ ਰਹਿਮਤ ਕਰਦਾ ਹੈ ਕਿ ਉਹਦਾ ਗਰਭ ਜਿਹੜਾ ਉਹ ਖਤਮ ਹੋ ਜਾਂਦਾ। ਬਲ ਰਹਾਓ ਵਿਸ਼ਰਾਮ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ। ਬਲ ਰਾਜਾ ਮਾਇਆ ਅਹੰਕਾਰੀ, ਜਗਨ ਪਰ ਕਰੈ ਬਹੁ ਭਾਰ ਉਫਾਰੀ। ਬਿਨ ਗੁਰ ਪੁੱਛੇ ਜਾਏ ਪਿਆਰੀ। ਸਾਧ ਸੰਗਤ ਤੇ ਬਲ ਰਾਜਾ ਹੋਇਆ ਇੱਕ, ਇਹ ਦੈਂਤਾਂ ਦਾ ਇੱਕ ਰਾਜਾ ਸੀ। ਇਹਨੇ ਬੜਾ ਤਪ ਕੀਤਾ, ਦੇਵਤਿਆਂ ਨੂੰ ਜਿੱਤ ਲਿਆ, ਇੰਦਰ ਦੀ ਪਦਵੀ ਪ੍ਰਾਪਤ ਕਰ ਲਈ। ਇਹਨੇ ਫਿਰ 7100 ਜੱਗ ਇਹਨੇ ਕਰਾਇਆ ਤੇ ਅਖੀਰਲਾ ਜੱਗ ਜਿਹੜਾ ਸੀ ਉਹ ਨਿਰਵਿਘਨ ਸਮਾਪਤ ਹੋਣ ਤੇ ਇੰਦਰ ਦਾ ਤਖਤ ਜਿਹੜਾ ਸੀ ਉਹ ਖੁੱਸ ਜਾਣਾ ਸੀ। ਹੁਣ ਇੰਦਰ ਨੂੰ ਪਤਾ ਲੱਗ ਗਿਆ ਵੀ ਮੇਰਾ ਤਖਤ ਜਿਹੜਾ ਆ ਉਹ ਬਲ ਰਾਜੇ ਨੂੰ ਮਿਲ ਜਾਣਾ। ਉਹਨੇ ਫਿਰ ਅਰਦਾਸ ਕੀਤੀ ਆ ਰੱਬ ਅੱਗੇ ਕਿ ਮਹਾਰਾਜ ਕਿਰਪਾ ਕਰੋ, ਮੈਨੂੰ ਬਚਾਓ, ਮੇਰਾ ਤੇ ਤਖਤ ਮੇਰੇ ਕੋਲ ਖੋਇਆ ਜਾਣਾ। ਜਦੋਂ 7100 ਦੇ ਜੱਗ ਪੂਰੇ ਹੋ ਗਏ, ਫਿਰ ਅਖੀਰਲਾ ਜੱਗ ਜਦੋਂ ਇਹ ਕਰ ਰਿਹਾ ਸੀ ਸਾਧ ਸੰਗਤ, ਉਦੋਂ ਫਿਰ ਰੱਬ ਵਿਸ਼ਨੂੰ ਦੇ ਰੂਪ ਦੇ ਵਿੱਚ ਇਹਦੇ ਕੋਲ ਆਇਆ ਤੇ ਇਹਨੇ 52 ਰੂਪ ਧਾਰਨ ਕੀਤਾ। 52 ਬੌਣੇ ਦਾ ਰੂਪ ਧਾਰਨ ਕੀਤਾ, ਇੱਕ ਪੰਡਤ ਦੇ ਰੂਪ ਦੇ ਵਿੱਚ। ਇਹ ਉੱਥੇ ਆਣ ਪਹੁੰਚਿਆ ਜਿੱਥੇ ਜੱਗ ਹੁੰਦਾ ਪਿਆ ਸੀ ਤੇ ਉੱਥੇ ਫਿਰ ਰਾਜੇ ਦੇ ਜੱਗ ਦੇ ਸਥਾਨ ਤੇ ਪਹੁੰਚਿਆ ਤੇ ਇਹਨੇ ਆਪਣੀ ਕੁਟੀਆ ਬਣਾਉਣ ਵਾਸਤੇ, ਜਦੋਂ ਰੱਬ ਇਹਨੇ ਬਾਹਰ ਬਹਿ ਕੇ ਨਾ ਗੀਤ ਗਾਏ ਬੜੇ ਸੋਹਣੇ, ਉੱਥੇ ਦਰਵਾਜ਼ੇ ਤੇ ਬਹਿ ਕੇ ਬਲ ਰਾਜੇ ਦੇ। ਬਲ ਰਾਜਾ ਇਹ ਤੋਂ ਬੜਾ ਪ੍ਰਭਾਵਿਤ ਹੋਇਆ ਤੇ ਬਲ ਰਾਜਾ ਕਹਿੰਦਾ ਵੀ ਮੰਗ ਕੀ ਮੰਗਦਾ। ਤੇ ਬਲ ਰਾਜੇ ਨੇ ਜਦੋਂ ਇਹ ਕਿਹਾ ਇਸ 52 ਅਵਤਾਰ ਨੂੰ ਕਿ ਮੰਗ ਕੀ ਮੰਗਦਾ, ਤੇ 52 ਅਵਤਾਰ ਨੇ ਕਿਹਾ ਕਿ ਦੇਖ ਲਾ ਹੁਣ ਤੈਨੂੰ ਉਹ ਚੀਜ਼ ਦੇਣੀ ਪਏਗੀ ਮੈਂ ਜੋ ਮੰਗਾਂਗਾ।
ਤੇ ਬਾਲ ਰਾਜਾ ਹੰਕਾਰ ਜਾ ਕੇ ਕਹਿੰਦਾ ਮੰਗ, ਜੋ ਵੀ ਮੰਗੇਗਾ ਤੈਨੂੰ ਉਹ ਮਿਲੂਗਾ, ਮੈਂ ਤੈਨੂੰ ਜ਼ੁਬਾਨ ਦੇਣਾ। ਮਾਇਆ ਹੰਕਾਰੀ ਸੀ ਬਲ ਰਾਜਾ, ਮਾਇਆ ਹੰਕਾਰੀ, ਬੜਾ ਹੰਕਾਰ ਸੀ ਬਲ ਰਾਜੇ ਨੂੰ ਕਿ ਮੇਰੇ ਕੋਲ ਮਾਇਆ ਬਹੁਤ ਹੈ। ਤੇ ਜੱਗ ਕੀਤਾ ਸੀ ਬੜਾ ਭਾਰੀ, ਜਗਣ ਕਰੇ ਭਾਰ ਭਾਰੀ, ਬੜਾ ਵੱਡਾ ਜੱਗ ਕੀਤਾ ਸੀ, ਬੜਾ ਭਾਰਾ ਜੱਗ ਕੀਤਾ ਸੀ ਇਹਨੇ। ਹੰਕਾਰ ਦੇ ਵਿੱਚ ਆਫਰਿਆ ਗਿਆ ਸੀ, ਇਹਨੂੰ ਪਤਾ ਸੀ ਹੁਣ ਮੈਨੂੰ ਇੰਦਰ ਦੀ ਪਦਵੀ ਮਿਲ ਜਾਣੀ ਹੈ। ਤੇ ਕਹਿੰਦੇ ਤੇ ਲਾਗੇ ਦਾ ਜਿਹੜਾ ਸੀ ਨਾ ਗੁਰੂ ਖਲੋਤਾ ਸੀ, ਸ਼ੁਕਰਾਚਾਰੀਆ। ਸ਼ੁਕਰਾਚਾਰੀਆ ਗੁਰੂ ਖਲੋਤਾ ਸੀ ਤੇ ਉਹਨੇ ਇਹਦੇ ਕੰਨ 'ਚ ਕਿਹਾ ਕਿ ਰਾਜਾ, ਬਲ ਰਾਜਾ, ਤੂੰ ਇਹ ਗਲਤ ਕੰਮ ਕਰਦਾ। ਤੂੰ ਇਹਨੂੰ ਆਪਣਾ ਕੋਈ ਵੀ ਆਪਣੇ ਲੋ ਵਸਤੂ ਦੇ ਕੇ ਵਾਪਸ ਤੋਰ ਦੇਗਾ, ਰਾਏ ਪਾ ਇਹਨੂੰ, ਤੇ ਤੂੰ ਕਿਉਂ ਜਿਹੜਾ ਹੈ ਇਹਦੇ ਪਿੱਛੇ ਲੱਗਦਾ, ਕਿਉਂ ਇਹਨੂੰ ਜ਼ੁਬਾਨ ਦੇਣਾ ਕਿ ਤੂੰ ਜੋ ਮੰਗੇਗਾ ਉਹ ਤੈਨੂੰ ਦੇਵਾਂਗਾ। ਇਹੋ ਜਿਹੀ ਗੱਲ ਇਹਦੇ ਨਾਲ ਨਾ ਕਰ। ਪਰ ਬਲ ਰਾਜ ਨੂੰ ਹੰਕਾਰ ਹੋ ਗਿਆ, ਆਪਣੇ ਗੁਰੂ ਦੀ ਗੱਲ ਮੰਨੀ ਨਾ। ਬਿਨ ਗੁਰ ਅੰਤ ਨਾ ਪਾਏ ਆਪੇ ਵਾਹਿਗੁਰੂ, ਬਿਨ ਗੁਰ ਪੁੱਛਿਆ ਜਾਏ ਪਿਆਰੀ। ਗੁਰੂ ਨੂੰ ਪੁੱਛਿਆ ਨਹੀਂ, ਗੁਰੂ ਨੂੰ ਕਹਿੰਦਾ ਤੈਨੂੰ ਕੀ ਪਤਾ। ਉਹਨੇ ਜ਼ਬਾਨ ਕਰਤੀ ਬਾਵਨ ਅਵਤਾਰ ਦੇ ਨਾਲ। ਹੁਣ ਜਦੋਂ ਕਿਹਾ ਸੀ ਕਿ ਤੂੰ ਜੋ ਮੰਗੇਗਾ ਉਹ ਦੇਵਾਂਗਾ, ਤੇ ਉਸ ਜਿਹੜਾ ਬਾਵਨ ਅਵਤਾਰ ਸੀ, ਬਾਉਣਾ ਜਿਹੜਾ ਆਇਆ ਸੀ ਇਹਦੇ ਕੋਲ ਬਣ ਕੇ ਰੱਬ, ਉਹਨੇ ਕਿਹਾ ਕਿ ਮੈਨੂੰ ਜਿਹੜਾ ਹੈ ਬਲ ਰਾਜਾ 2.5 ਕਦਮ ਜਿਹੜਾ ਹੈ ਉਹ ਮੈਨੂੰ ਕੁਟੀਆ ਬਣਾਉਣ ਵਾਸਤੇ ਜਗ੍ਹਾ ਦੇ ਦੇ, 2.5 ਕਦਮ। ਤੇ ਹੱਸ ਪਿਆ ਇਹ ਜਿਹੜਾ ਬਲ ਰਾਜਾ, ਹੱਸ ਪਿਆ, ਹੱਸ ਕੇ ਕਹਿੰਦਾ ਲੈ ਬਸ 2.5 ਕਦਮ। ਕਹਿੰਦਾ ਜਾ 2.5 ਕਦਮ ਮਿਲਦਾ ਤੇ ਉੱਥੇ ਬਹਿ ਜਾ। ਹੁਣ ਜਿਹੜਾ ਬਾਉਣਾ ਬਣ ਕੇ ਆਇਆ ਸੀ, ਉਹਨੇ ਆਪਣਾ ਕਹਿੰਦੇ ਕਿ ਸਰੀਰ ਜਿਹੜਾ ਉਹ ਬੜਾ ਵੱਡਾ ਕਰ ਲਿਆ, ਧਰਤੀ ਤੋਂ ਵੀ ਵੱਡਾ ਕਰ ਲਿਆ। ਉਹਨੇ ਫਿਰ ਕੀ ਕੀਤਾ, 2 ਕਦਮਾਂ ਦੇ ਵਿੱਚ ਸਾਰੀ ਧਰਤੀ ਮਿਲ ਲਈ, ਸਾਰੀ ਦੀ ਸਾਰੀ। ਫਿਰ ਉਸ ਤੋਂ ਬਾਅਦ ਹੁਣ ਸਾਧ ਸੰਗਤ ਅੱਧਾ ਪੈਰ ਤਾਂ ਵੀ ਪਿਆ ਸੀ। 2 ਕਦਮਾਂ ਸਾਰੀ ਦੀ ਸਾਰੀ ਸ੍ਰਿਸ਼ਟੀ ਮਿਲ ਲਈ ਤੇ ਕਹਿੰਦਾ ਹੈ ਕਿ ਬਲ ਰਾਜੇ ਨੂੰ ਕਿ ਹੁਣ ਮੈਂ ਆਪਣਾ ਅੱਧਾ ਕਦਮ ਕਿੱਥੇ ਰੱਖਾਂ। ਹੁਣ ਬਲ ਰਾਜਾ ਜਿਹੜਾ ਸੀ ਉਹਦਾ ਹੰਕਾਰ ਖਤਮ ਹੋ ਗਿਆ। ਉਹ ਕਹਿੰਦਾ ਕਿ ਮੈਂ ਕੀਤਾ ਤੇ ਚਲੋ ਗਲਤ ਹੈ, ਆਪਣੇ ਗੁਰੂ ਦੀ ਗੱਲ ਨਹੀਂ ਮੰਨੀ, ਹੰਕਾਰ ਖਤਮ ਹੋ ਗਿਆ। ਫਿਰ ਉਹਨੇ ਕਿਹਾ ਜਿਹੜਾ ਅੱਧਾ ਕਦਮ ਮੇਰੇ ਹਿੱਕ ਤੇ ਰੱਖ ਦੇ। ਫਿਰ ਇਸੇ ਪ੍ਰਕਾਰ ਇਹਦੀ ਹਿੱਕ ਤੇ ਜਿਹੜਾ ਪੈਰ ਰੱਖ ਕੇ ਬਾਵਨ ਅਵਤਾਰ ਨੇ ਇਹਨੂੰ ਧਰਤੀ ਦੇ ਵਿੱਚ ਹੀ ਧਸਾ ਦਿੱਤਾ, ਪਤਾਲ 'ਚ ਪਹੁੰਚਾ ਦਿੱਤਾ। ਤੇ ਪਤਾਲ ਦੇ ਵਿੱਚ ਜਾ ਕੇ ਫਿਰ ਸਾਧ ਸੰਗਤ ਉੱਥੇ ਇਹਨੂੰ ਜਿਹੜਾ ਸੀ ਪਤਾਲ ਲੋਕ ਦਾ ਦੇਵਤਾ ਬਣਾ ਦਿੱਤਾ। ਉੱਥੋਂ ਦਾ ਇਹਨੂੰ ਜਿਹੜਾ ਰਾਜ ਮਿਲ ਗਿਆ। ਕਹਿਣ ਤੋਂ ਭਾਵ ਕਿ ਗੁਰੂ ਨੂੰ ਇਹਨੇ ਨਹੀਂ ਪੁੱਛਿਆ ਤੇ ਹੰਕਾਰ ਕੀਤਾ, ਜਿਹਦਾ ਕਰਕੇ ਬਲ ਰਾਜੇ ਦੇ ਉੱਤੇ ਇਹ ਸੰਕਟ ਆਇਆ। ਹੰਕਾਰ ਮਾਰਨੇ ਰਹਾਉ ਦਾ ਆਪਾਂ ਫਿਰ ਤੋਂ ਪੜਾਂਗੇ। ਅਸਲ ਗੱਲ ਮਾਰੇ ਕਹਿਣਾ ਕੀ ਚਾਹੁੰਦੇ ਆ, ਐਸਾ ਗਰਭ ਬੁਰਾ ਸੰਸਾਰ ਹੈ, ਜਿਸ ਗੁਰ ਮਿਲਿਆ ਤਿਸ ਗਰਭ ਨਿਵਾਰੇ। ਕਿ ਹੰਕਾਰ ਬੜਾ ਬੁਰਾ ਹੈ, ਪਰ ਗੁਰੂ ਜਿਹਨੂੰ ਮਿਲਦਾ ਹੈ ਉਹਦਾ ਹੰਕਾਰ ਖਤਮ ਹੋ ਜਾਂਦਾ ਹੈ। ਹੁਣ ਸਤਿਗੁਰਾਂ ਨੇ ਉਦਾਹਰਨ ਦਿੱਤੀ ਹੈ ਬਲ ਰਾਜੇ ਦੀ ਕਿ ਬਲ ਰਾਜੇ ਨੂੰ ਹੰਕਾਰ ਹੈ ਪਰ ਗੁਰੂ ਦੀ ਗੱਲ ਨਹੀਂ ਮੰਨੀ, ਪਰ ਫਿਰ ਉਹਨੂੰ ਪਤਾਲ ਦੇ ਵਿੱਚ ਧੱਸਣਾ ਪੈ ਗਿਆ। ਹੁਣ ਅਗਲੀ ਸਾਧ ਸੰਗਤ ਜੋ ਸਤਿਗੁਰਾਂ ਨੇ ਉਦਾਹਰਨ ਦਿੱਤੀ ਹੈ, ਹਰੀ ਚੰਦ ਦਾਨ ਕਰੇ ਜਸ ਲੀਵੈ, ਬਿਨ ਗੁਰ ਅੰਤ ਨ ਪਾਏ ਅਭੇਵੈ, ਆਪ ਭੁਲਾਏ ਆਪੇ ਮਤ ਦੇਵੈ। ਹਰੀ ਚੰਦ ਰਾਜਾ ਦਾਨ ਕਰਦਾ ਸੀ ਤੇ ਦਾਨ ਦੀ ਸੋਭਾ 'ਚ ਬੜਾ ਮਸਤ ਸੀ। ਬਚਨ ਪਾਲ ਧਰਮੀ ਰਾਜਾ ਸੀ ਬੜਾ ਏ, ਪਟਨਾ ਦੀ ਰਾਜਧਾਨੀ ਸੀ। ਤੇ ਵਸ਼ਿਸ਼ਟ ਜਿਹੜਾ ਸੀ ਇਹਦਾ ਪੁਰੋਹਿਤ ਸੀ ਇੱਕ। ਤੇ ਵਸ਼ਿਸ਼ਟ ਨੇ ਵਿਸ਼ਵਾਮਿੱਤਰ ਦੇ ਪਾਸ ਰਾਜੇ ਦੇ ਦਾਨ ਦੀ ਬੜੀ ਸੋਭਾ ਕੀਤੀ। ਹਰੀ ਚੰਦ ਰਾਜਾ ਹੋਇਆ ਇੱਕ, ਤੇ ਵਿਸ਼ਵਾਮਿੱਤਰ ਨੇ ਪਰਖਣਾ ਚਾਹਿਆ ਆ ਕੇ। ਤੇ ਵਸ਼ਿਸ਼ਟ ਦੀ ਗੈਰ ਹਾਜ਼ਰੀ ਦੇ ਵਿੱਚ, ਕਿਉਂਕਿ ਗੁਰੂ ਸੀ ਇਹ, ਵਿਸ਼ਵਾਮਿੱਤਰ ਪੁਰੋਹਿਤ ਸੀ ਇਹਦਾ, ਉਹਦੀ ਗੈਰ ਹਾਜ਼ਰੀ ਦੇ ਵਿੱਚ ਵਿਸ਼ਵਾਮਿੱਤਰ ਆਇਆ। ਹਾਜ਼ਰੀ 'ਚ ਰਾਜੇ ਨੇ ਸਾਰਾ ਦਾਨ ਉਹਨੂੰ ਦੇ ਦਿੱਤਾ। ਤੇ ਦੱਖਣਾ ਦੇ ਇਵਜ਼ ਦੇ ਵਿੱਚ ਰਾਜਾ ਆਪ, ਉਹਦੀ ਰਾਣੀ ਤੇ ਉਹਦਾ ਪੁੱਤਰ ਕਾਂਸੀ ਦੀ ਮੰਡੀ 'ਚ ਵਿਕ ਗਏ। ਉਹਨੇ ਕਿਹਾ ਹੋਰ ਮੈਨੂੰ ਕੀ ਦੇਵੇਂਗਾ? ਉਹਨੇ ਕਿਹਾ ਜੋ ਮੰਗੋ। ਉਹਨੇ ਕਿਹਾ ਆਪਣਾ ਰਾਜ ਭਾਗ ਹੀ ਦੇ ਦੇ। ਸਾਰੇ ਦਾ ਸਾਰਾ ਰਾਜ ਭਾਗ ਹੀ ਮੰਗ ਲਿਆ ਸੀ ਹਰੀ ਚੰਦ ਰਾਜੇ ਦੇ ਕੋਲੋਂ ਵਿਸ਼ਵਾਮਿੱਤਰ ਨੇ। ਜਦੋਂ ਉਹਨੇ ਸਾਰਾ ਕੁਝ ਦੇਤਾ, ਆਪ ਵਿਚਾਰਾ ਹਰੀ ਚੰਦ ਰਾਜਾ ਤੇ ਦੀ ਰਾਣੀ ਤਾਰਾ ਸੀ ਤੇ ਇਹਦਾ ਇੱਕ ਪੁੱਤਰ ਸੀ, ਉਹ ਕਾਂਸੀ ਦੀ ਮੰਡੀ ਦੇ ਵਿੱਚ ਵਿਕ ਗਏ। ਉੱਥੇ ਫਿਰ ਇਹਨਾਂ ਨੂੰ ਕਿਸੇ ਨੇ ਮੁੱਲ ਖਰੀਦਿਆ। ਜਿਹੜੀ ਰਾਣੀ ਤਾਰਾ ਸੀ ਉਹਦਾ ਪੁੱਤਰ ਇੱਕ ਬ੍ਰਾਹਮਣ ਨੇ ਖਰੀਦ ਲਿਆ। ਪੁੱਤਰ ਨੂੰ ਸੱਪ ਨੇ ਡੰਗਿਆ ਤੇ ਉਹ ਮਰ ਗਿਆ। ਫਿਰ ਤਾਰਾ ਜਿਹੜੀ ਸੀ ਉਹ ਸਾਧ ਸੰਗਤ ਆਪਣੇ ਪੁੱਤਰ ਦਾ ਸੰਸਕਾਰ ਕਰਨ ਵਾਸਤੇ, ਜਦੋਂ, ਬੜੀ ਲੰਬੀ ਸਟੋਰੀ ਹੈ,
ਆਪਣੇ ਪੁੱਤਰ ਦਾ ਸੰਸਕਾਰ ਕਰਨ ਵਾਸਤੇ ਫਿਰ ਇਹ ਸਾਧ ਸੰਗਤ ਜਦੋਂ ਜਾਂਦੀ ਹੈ ਉਹ ਸ਼ਮਸ਼ਾਨ ਘਾਟ ਦੇ ਵਿੱਚ, ਸ਼ਮਸ਼ਾਨ ਘਾਟ 'ਚ ਜਾਂਦੀ ਹੈ, ਉੱਥੇ ਇਹਦਾ ਜਿਹੜਾ ਘਰ ਵਾਲਾ ਸੀ ਹਰੀ ਚੰਦ ਰਾਜਾ, ਉਹ ਫਿਰ ਸਾਧ ਸੰਗਤ ਇੱਥੇ ਜਿਹੜਾ ਸ਼ਮਸ਼ਾਨ ਘਾਟ ਦੇ ਵਿੱਚ ਮੁਰਦੇ ਸਾੜਨ ਦਾ ਕੰਮ ਕਰਦਾ ਹੁੰਦਾ। ਫਿਰ ਉੱਥੇ ਦੋਵੇਂ ਪਤੀ ਪਤਨੀ ਮਿਲਦੇ ਆ ਤੇ ਫਿਰ ਸਾਧ ਸੰਗਤ ਵਾਹਿਗੁਰੂ ਹਾਂ ਹੁਣ ਪੁੱਤਰ ਨੂੰ ਸੱਪ ਲੜ ਗਿਆ ਤੇ ਇਹਨੂੰ ਲੈ ਗਈ ਉੱਥੇ ਸਾਧ ਸੰਗਤ ਸ਼ਮਸ਼ਾਨ ਘਾਟ ਸਾੜਨ ਵਾਸਤੇ। ਪੈਸਾ ਕੋਈ ਨਹੀਂ ਸੀ ਇਹਦੇ ਕੋਲ ਤੇ ਹਰੀ ਚੰਦ ਨੇ ਇਜਾਜ਼ਤ ਨਾ ਦਿੱਤੀ। ਫਿਰ ਵਿਸ਼ਵਾਮਿੱਤਰ ਜਿਹੜਾ ਸੀ ਉਹ ਬੜਾ ਸ਼ਰਮਿੰਦਾ ਹੋਇਆ ਕਿ ਮੈਂ ਤੇ ਬੜਾ ਇਹਨੂੰ ਕਸ਼ਟ ਦਿੱਤਾ, ਪਰ ਫਿਰ ਵੀ ਇਹਨੇ ਜਿਹੜਾ ਕਿਸੇ ਪ੍ਰਕਾਰ ਆਪਣੇ ਆਪ ਨੂੰ ਠਾਹ ਨਹੀਂ ਕੀਤਾ। ਮਤਲਬ ਫਿਰ ਉਸ ਤੋਂ ਬਾਅਦ ਇਹ ਜਿਹੜਾ ਸੀ ਸਾਧ ਸੰਗਤ ਇਹ ਸਾਰੇ ਹੀ ਇੱਥੇ ਇਹਨਾਂ ਨੂੰ ਰੱਬ ਵੱਲੋਂ ਹੀ ਫਿਰ ਅੰਤ ਵੇਲੇ ਇਹਨਾਂ ਨੂੰ ਜਿਹੜਾ ਹੈ ਇੱਕ ਸਵਰਗ ਦੇ ਵਿੱਚ ਥਾਂ ਮਿਲੀ ਕਿ ਇਹਨਾਂ ਨੇ ਕਿਸੇ ਪ੍ਰਕਾਰ ਦੀ ਕੋਈ ਵੀ ਜਿਹੜਾ ਸਾਧ ਸੰਗਤ ਇਹਨਾਂ ਦਾਨ ਵੱਲੋਂ ਢਿੱਲ ਨਹੀਂ ਕੀਤੀ ਤੇ ਇਹਨਾਂ ਨੂੰ ਸਵਰਗ 'ਚ ਥਾਂ ਮਿਲ ਗਈ। ਤੇ ਫਿਰ ਸਵਰਗ ਦੇ ਵਿੱਚ ਇੱਕ ਦਿਨ ਇਹਦੇ ਇੰਦਰ ਦੇਵਤੇ ਨੇ ਇਹਦੇ ਵਿਰੁੱਧ ਸ਼ਿਕਾਇਤ ਕਰ ਦਿੱਤੀ ਕਿ ਹਰੀ ਚੰਦ ਰਾਜਾ ਜਿਹੜਾ ਬੜਾ ਹੰਕਾਰ ਕਰਦਾ ਹੈ, ਪਤਾ ਨਹੀਂ ਕਿਸ ਗੱਲ ਤੋਂ। ਤੇ ਫਿਰ ਉਦੋਂ ਬਾਅਦ ਸਾਰਿਆਂ ਨੇ ਇਹਨਾਂ ਨੂੰ ਫਿਰ ਜਿਹੜੇ ਵੀ ਸਨ ਇਹਨਾਂ ਦੀ ਪ੍ਰਜਾ ਆਦਿਕ, ਕਿਉਂਕਿ ਹਰੀ ਚੰਦ ਨੇ ਕਿਹਾ ਸੀ ਮੈਂ ਆਪਣੇ ਰਾਜ ਦੀ ਪ੍ਰਜਾ ਦੇ ਸਮੇਤ ਹੀ ਸਵਰਗ ਨੂੰ ਜਾਣਾ ਚਾਹੁੰਦਾ, ਤੇ ਫਿਰ ਇਹਨਾਂ ਨੂੰ ਪ੍ਰਜਾ ਦੇ ਸਮੇਤ ਹੀ ਇਹਨਾਂ ਨੂੰ ਜਿਹੜਾ ਹੈ ਸਾਧ ਸੰਗਤ ਤੋਂ ਕੱਢ ਦਿੱਤਾ ਸੀ ਇਹ ਸਵਰਗ ਦੇ ਵਿੱਚੋਂ। ਜਦੋਂ ਸਵਰਗ 'ਚੋਂ ਇਹਨਾਂ ਨੂੰ ਠਾਂ ਸੁੱਟਿਆ ਤੇ ਫਿਰ ਇਹਨੇ ਰੱਬ ਅੱਗੇ ਅਰਦਾਸ ਕੀਤੀ ਤੇ ਰੱਬ ਨੇ ਫਿਰ ਇਹਦਾ ਸਵਰਗ ਤੋਂ ਥੋੜਾ ਜਿਹਾ ਹੇਠਾਂ ਕਹਿੰਦੇ ਕਿ ਇੱਕ ਜਿਹੜਾ ਹੈ ਨਾ ਗੰਧਰਵ ਨਗਰ ਉਸਾਰ ਦਿੱਤਾ, ਜਿਹਦੇ ਵਿੱਚ ਹਰੀ ਚੰਦ ਰਾਜਾ ਰਹਿੰਦਾ ਹੈ। ਅੱਜ ਵੀ ਸਾਧ ਸੰਗਤ ਉਹ ਜਿਹੜੀ ਮਿਥਿਹਾਸਿਕ ਗੱਲ ਹੈ, ਅੱਜ ਤੱਕ ਸਾਇੰਸ ਵੀ ਇਹਨੂੰ ਪ੍ਰੂਫ ਨਹੀਂ ਕਰ ਸਕੀ। ਉਹ ਕਹਿੰਦੇ ਆ ਕਿ ਜਦੋਂ ਕਿਸੇ ਵੇਲੇ ਐਸਾ ਵੀ ਹੁੰਦਾ ਹੈ ਕਿ ਬੱਦਲਾਂ ਦੇ ਵਿੱਚ ਕੋਈ ਜਿਹੜਾ ਹੈ ਆਮ ਇੱਕ ਵੱਡੀ ਸਾਰੀ ਮਹਿਲ ਆਦਿਕ ਕੁਝ ਜਿਹੜਾ ਦਿਖਦਾ ਹੈ, ਜਿਹਨੂੰ ਗੰਧਰਵ ਨਗਰੀ ਕਿਹਾ ਜਾਂਦਾ ਹੈ। ਸਤਿਗੁਰਾਂ ਨੇ ਵੀ ਵਾਰ-ਵਾਰ ਜਿਹੜਾ ਮਾਇਆ ਦੀ ਤੁਲਨਾ ਇਸ ਗੰਧਰਵ ਨਗਰੀ ਨਾਲ ਕੀਤੀ ਹੈ। ਇਹ ਥੋੜ੍ਹੀ ਚਿਰ ਹੁੰਦੀ ਹੈ ਤੇ ਸਾਧ ਸੰਗਤ ਤੇ ਅੱਜ ਵੀ ਕਹਿੰਦੇ ਦਿਖਦੀ ਹੈ। ਕਈ ਵਾਰੀ ਜਹਾਜ਼ ਚਲਾਉਣ ਵਾਲੇ ਜਿਹੜੇ ਪਾਇਲਟ ਹੁੰਦੇ ਉਹਨਾਂ ਨੂੰ ਵੀ ਦਿਖਦੀ ਹੈ। ਸੋ ਸਾਧ ਸੰਗਤ ਇਹ ਜਿਹੜਾ ਹਰੀ ਚੰਦ ਦਾਨ ਕਰੇ ਜਸ ਲੇਵੇ, ਬੜਾ ਜਸ ਸੀ ਇਹਦਾ। ਬਿਨ ਗੁਰ ਅੰਤ ਨਾ ਪਾਇਆ ਭਇਵੇ। ਸਤਿਗੁਰ ਕਹਿੰਦੇ ਆ ਕਿ ਗੁਰੂ ਤੋਂ ਬਿਨਾਂ ਇਹ ਵੀ ਨਹੀਂ ਜਾਣ ਸਮਝ ਸਕਿਆ ਕਿ ਪ੍ਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਉਹਦਾ ਭੇਦ ਨਹੀਂ ਪਾਇਆ ਜਾ ਸਕਦਾ। ਤੇ ਭਾਵੇਂ ਮਹਾਰਾਜ ਦੇ ਕਹਿਣ ਦਾ ਭਾਵ ਜਿੰਨਾ ਮਰਜ਼ੀ ਦਾਨੀ ਕਿਉਂ ਨਾ ਹੋਵੇ, ਪਰ ਗੁਰੂ ਤੋਂ ਬਿਨਾਂ ਅੰਤ ਨਹੀਂ ਪਾਇਆ ਜਾ ਸਕਦਾ। ਆਪ ਭੁਲਾਏ ਆਪੇ ਮਤ ਦੇਵੈ। ਮਹਾਰਾਜ ਕਹਿੰਦੇ ਪ੍ਰਮਾਤਮਾ ਆਪ ਹੀ ਭੁਲਾਉਂਦਾ ਤੇ ਆਪ ਹੀ ਮਤ ਦੇਣ ਵਾਲਾ ਹੈ। ਹਰੀ ਚੰਦ ਰਾਜੇ ਨੂੰ ਗੁਰੂ ਤੋਂ ਬਿਨਾਂ ਕੋਈ ਪਤਾ ਹੀ ਨਹੀਂ ਲੱਗਾ। ਇਹ ਵੀ ਵਿਚਾਰਾ ਫਸ ਗਿਆ ਵਿਸ਼ਵਾਮਿੱਤਰ ਦੀਆਂ ਗੱਲਾਂ 'ਚ। ਜੇ ਗੁਰੂ ਹੁੰਦਾ ਤੇ ਗੁਰੂ ਨੂੰ ਵਿਸ਼ਵਾਮਿੱਤਰ ਦੀਆਂ ਗੱਲਾਂ 'ਚ ਫਸਣ ਨਹੀਂ ਸੀ ਦੇਣਾ। ਗੁਰੂ ਨੇ ਇਹਦਾ ਵੀ ਪਾਰ ਉਤਾਰਾ ਹੋ ਜਾਣਾ ਸੀ, ਪਰ ਫਿਰ ਵੀ ਇਹਨੂੰ ਗੁਰੂ ਨਹੀਂ ਸੀ ਧਾਰਨ ਕੀਤਾ। ਗਰਭ ਕੀਤਾ ਕਿ ਮੈਂ ਦਾਨ ਬੜਾ ਕਰਦਾ ਹਾਂ, ਉਹਦਾ ਕਰਕੇ ਇਹਨੂੰ ਵੀ ਫਿਰ ਧੱਕੇ ਖਾਣੇ ਪਏ ਦਰ-ਦਰ ਦੇ, ਕਿਉਂਕਿ ਗੁਰੂ ਨੂੰ ਛੱਡ ਦਿੱਤਾ। ਮਨ 'ਚ ਹੰਕਾਰ ਸੀ ਕਿ ਮੈਂ ਦਾਨ ਬੜਾ ਕਰਦਾ ਹਾਂ ਤੇ ਉਹਦਾ ਕਰਕੇ ਧੱਕੇ ਖਾਣੇ ਪਏ। ਹੁਣ ਮਹਾਰਾਜ ਅੱਗੇ ਬਖਸ਼ਿਸ਼ ਕਰਦੇ ਆ। ਦੁਰਮਤ ਹਰਨਾਕਸ਼ ਦੁਰਾਚਾਰੀ, ਪ੍ਰਭ ਨਾਰਾਇਣ ਗਰਭ ਪ੍ਰਹਾਰੀ, ਪ੍ਰਹਿਲਾਦ ਉਧਾਰੇ ਕਿਰਪਾ ਧਾਰੀ। ਦੁਰਮਤ ਹਰਨਾਕਸ਼ ਦੁਰਾਚਾਰੀ, ਬੜਾ ਦੁਰਾਚਾਰੀ ਹੈ ਹਰਨਾਕਸ਼ ਰਾਜਾ। ਇਹ ਤੁਸੀਂ ਸਾਖੀ ਜਾਣਦੇ ਹੋ। ਮੁਲਤਾਨ ਦਾ ਰਾਜਾ ਸੀ ਇਹ, ਬੜਾ ਜ਼ਾਲਮ ਸੀ, ਦੈਂਤ ਆਪਣੇ ਆਪ ਨੂੰ ਖਵਾਉਂਦਾ ਸੀ। ਇਹਦਾ ਪੁੱਤਰ ਪ੍ਰਹਿਲਾਦ ਸੀ। ਬ੍ਰਹਮੇ ਕੋਲੋਂ ਇਹਨੇ ਵਰ ਪ੍ਰਾਪਤ ਕੀਤਾ ਸੀ ਕਿ ਮੈਂ ਨਾ ਦਿਨੇ ਮਰਾਂ, ਨਾ ਰਾਤੀ ਮਰਾਂ, ਨਾ ਘਰ ਮਰਾਂ, ਨਾ ਬਾਹਰ, ਤੇ ਨਾ ਮਨੁੱਖ ਕੋਲੋਂ ਮਰੋ, ਨਾ ਦੇਵਤੇ ਕੋਲੋਂ ਮਰਾਂ। ਇਹਨੇ ਰਾਜ ਵਿੱਚ ਹੁਕਮ ਕਰ ਦਿੱਤਾ ਕਿ ਮੈਂ ਹੀ ਰੱਬ ਹਾਂ, ਮੇਰਾ ਨਾਮ ਜਪੋ। ਫਿਰ ਇਹਦੇ ਘਰ ਹੀ ਇਹਦਾ ਪੁੱਤਰ ਪ੍ਰਹਿਲਾਦ ਰੱਬ ਨੇ ਪੈਦਾ ਕੀਤਾ ਤੇ ਉਸ ਪ੍ਰਹਿਲਾਦ ਨੇ ਫਿਰ ਵਾਹਿਗੁਰੂ ਨੂੰ ਸਿਮਰਿਆ ਤੇ ਉਹ ਫਿਰ ਵਾਹਿਗੁਰੂ ਜਿਹੜਾ ਹੈ ਸਾਧ ਸੰਗਤ ਨਰਸਿੰਘ ਰੂਪ ਹੋ ਕਰਕੇ ਆਇਆ ਤੇ ਉਹਨੇ ਆਪਣੇ ਨੌਹਾਂ ਦੇ ਨਾਲ ਹੀ ਇਹਨੂੰ ਪਾੜ ਕੇ ਸੁੱਟ ਦਿੱਤਾ ਸੀ। ਇਹ ਤੁਸੀਂ ਸਾਖੀ ਚੰਗੀ ਤਰ੍ਹਾਂ ਜਾਣਦੇ ਹੋ। ਦੁਰਮਤ ਹਰਨਾਕਸ਼ ਦੁਰਾਚਾਰੀ, ਪ੍ਰਭ ਨਾਰਾਇਣ ਗਰਭ ਪ੍ਰਹਾਰੀ। ਸਤਿਗੁਰੂ ਕਹਿੰਦੇ ਆਪਣੇ ਆਪ ਨੂੰ ਜਿਹੜਾ ਸੀ ਰੱਬ ਦੇ ਬਰਾਬਰ ਸਮਝਣ ਲੱਗ ਪਿਆ, ਤੇ ਪਰ ਸਤਿਗੁਰ ਕਹਿੰਦੇ ਆ ਨਾਰਾਇਣ ਗਰਭ ਪ੍ਰਹਾਰੀ ਹੈ। ਉਹ ਆਪ ਹੀ ਗਰਭ ਦੂਰ ਕਰਨ ਵਾਲਾ, ਹੰਕਾਰ ਦੂਰ ਕਰਨ ਵਾਲਾ,
प्रहलाद उधारे कृपा तारी। फिर हरनाकश रूप हो करके उन्हें वाहिगुरु ने प्रहलाद की प्रतिपालना की, प्रहलाद ਨੂੰ ਬਚਾਇਆ कृपा करके ਇਹਦੇ ਉੱਤੇ। ਭੂਲੋ ਰਾਵਣ ਮੁਗਧਾ ਚੇਤ, ਲੁੱਟੀ ਲੰਕਾ ਸੀ ਸਮੇਤ ਗਰਭ ਗਿਆ ਬਿਨ ਸਤਿਗੁਰ ਹੇਤ। ਹੁਣ ਮਹਾਰਾਜ ਨੇ ਅਗਲੀ ਉਦਾਹਰਨ ਦਿੱਤੀ ਹੈ। ਸਤਿਗੁਰ ਕਹਿੰਦੇ ਰਾਵਣ ਵੀ ਭੁੱਲ ਗਿਆ ਸੀ, ਮੁਗਧ ਮੂਰਖ ਹੋ ਗਿਆ ਸੀ, ਅਚੇਤ ਹੋ ਕੇ ਪਿਆ ਸੀ ਕਿ ਮੇਰੀ ਲੰਕਾ ਜਿਹੜੀ ਆ ਸੋਨੇ ਦੀ ਹੈ, ਕਿਸੇ ਨੇ ਕਿਸੇ ਪ੍ਰਕਾਰ ਦਾ ਜਿਹੜਾ ਮੈਨੂੰ ਕੁਝ ਕਹਿ ਨਹੀਂ ਸਕਦਾ, ਬੜਾ ਹੰਕਾਰੀ ਹੋ ਗਿਆ। शिव जी ਦੇ ਕੋਲੋਂ ਲੰਕਾ ਹੀ ਮੰਗ ਲਈ ਸੀ ਸਾਧ ਸੰਗਤ ਨੇ, ਜਦੋਂ ਬੜਾ ਵੱਡਾ ਪੁਰੋਹਿਤ ਸੀ ਤੇ ਬੜਾ ਵੱਡਾ ਪੁਰੋਹਿਤ ਸੀ ਤੇ शिव जी ਨੇ ਲੰਕਾ ਸਾਰੀ ਤੇ ਇਹਨੂੰ ਸੱਦਿਆ। ਜਦੋਂ ਇਹਨੂੰ ਕਿਹਾ ਵੀ ਮੰਗ ਕੀ ਮੰਗਦਾ, ਦਾਨ ਕੀ ਦਵਾਂ, ਇਹਨੇ ਫਿਰ ਲੰਕਾ ਹੀ ਮੰਗ ਲਈ ਸੀ शिव जी ਦੇ ਕੋਲੋਂ। ਫਿਰ ਲੰਕਾ ਜਿਹੜੀ ਸੀ ਉਹਦਾ ਹੰਕਾਰ ਨੂੰ ਬੜਾ ਹੋ ਗਿਆ, ਫਿਰ ਰਾਖਸ਼ ਬਣ ਗਿਆ, ਕੁਰਾਏ ਪੈ ਗਿਆ। ਫਿਰ ਉਸ ਤੋਂ ਬਾਅਦ ਸਿੱਟਾ ਇਹ ਕੀ ਨਿਕਲਿਆ ਕਿ ਉਹਦੀ ਲੰਕਾ ਲੁੱਟੀ ਗਈ ਤੇ ਉਹਦਾ ਸਿਰ ਵੀ ਕੱਟਿਆ ਗਿਆ। ਲੁੱਟੀ ਲੰਕਾ ਸੀਸ ਸਮੇਤ, ਸੀਸ ਦੇ ਸਮੇਤ ਸੀ ਲੰਕਾ ਲੁੱਟ ਲਈ, ਨਾਲੇ ਦਾ ਸੀਸ ਵੀ ਵੱਢਿਆ ਗਿਆ, ਭਾਵ ਇਹਨੂੰ ਵੀ ਮਾਰ ਦਿੱਤਾ ਰਾਮ ਜੀ ਨੇ। ਤੇ ਗਰਭ ਗਿਆ ਬਿਨ ਸਤਿਗੁਰੂ, ਤੇ ਗੁਰੂ ਨਹੀਂ ਸੀ ਕੀਤਾ। ਅਸਲ ਕਾਰਨ ਮਹਾਰਾਜ ਸਾਨੂੰ ਦੱਸਣਾ ਚਾਹੁੰਦੇ, ਗਰਭ ਗਿਆ ਬਿਨ ਸਤਿਗੁਰ ਹੇਤ, ਕਿ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਭਾਈ ਤੁਹਾਡਾ ਹੰਕਾਰ ਕਦੀ ਵੀ ਖਤਮ ਨਹੀਂ ਹੋਣਾ। ਕਿਸੇ ਨਾ ਕਿਸੇ ਪ੍ਰਕਾਰ ਤੁਹਾਨੂੰ ਹੰਕਾਰ ਲੈ ਹੀ ਪੈਣਾ। ਹੰਕਾਰ ਨੇ, ਹੁਣ ਰਾਵਣ ਨੂੰ ਹੰਕਾਰ ਸੀ ਆਪਣੀ ਲੰਕਾ ਦਾ, ਪਰ ਗੁਰੂ ਨਹੀਂ ਸੀ। ਜੇ ਗੁਰੂ ਹੁੰਦਾ ਤੇ ਸਾਧ ਸੰਗਤ ਉਹਨੂੰ ਦੱਸਦਾ ਕਿ ਭਾਈ ਹੰਕਾਰ ਨਾ ਕਰ, ਪਰ ਗੁਰੂ ਨਹੀਂ ਸੀ। ਤੇ ਸਤਿਗੁਰ ਕਹਿੰਦੇ ਗਰਭ ਗਿਆ ਬਿਨ ਸਤਿਗੁਰ ਹੇਤ, ਬਿਨਾਂ ਸਤਿਗੁਰੂ ਦੇ ਹੇਤ ਤੋਂ ਕਦੀ ਵੀ ਗਰਭ ਨਹੀਂ ਜਾਂਦਾ। ਹੰਕਾਰ ਦੇ ਮੱਝ ਚ ਰਾਵਣ ਤਬਾਹ ਹੋ ਗਿਆ। ਗੁਰੂ ਦੀ ਸ਼ਰਨ ਚ ਪੈਣ ਤੋਂ ਬਿਨਾਂ ਸਤਿਗੁਰੂ ਕਹਿੰਦੇ ਗਰਭ ਜਿਹੜਾ ਗਿਆ ਹੀ ਨਹੀਂ। ਗਰਭ ਗਿਆ ਬਿਨ ਸਤਿਗੁਰੂ ਹੇਤ, ਗਰਭ ਦੇ ਵਿੱਚ ਹੀ ਮਰ ਗਿਆ ਬਿਨਾਂ ਸਤਿਗੁਰੂ ਨੂੰ ਪਿਆਰ ਲਾਏ। ਗਰਭ ਹੰਕਾਰ ਦੇ ਵਿੱਚ ਹੀ ਮਰ ਗਿਆ, ਗਿਆ ਦਾ ਅਰਥ ਮਰ ਗਿਆ। ਸਹਿਜ ਬਾਹੋ ਮਦ ਕੀਟ ਮੈਂ ਖਾਸਾ, ਹਰਨਾਕਸ਼ ਲੈ ਨਖੋਂ ਵਿਦਾਸਾ, ਦੈਤ ਸਗਾਰੇ ਬਿਨ ਭਗਤ ਅਭਿਆਸਾ। ਸਹਿਜ ਬਾਹੋ ਸਤਿਗੁਰ ਕਹਿੰਦੇ ਆ, ਹੁਣ ਸਹਿਜ ਬਾਹੋ ਸੀ ਪਰਸ਼ੁਰਾਮ ਦੇ ਪਿਤਾ ਜਮਦਗਨ ਰਿਸ਼ੀ ਦਾ ਸਾਂਢੂ ਸੀ ਇਹ ਸਹਿਜ ਬਾਹੋ। ਇਹ ਰਾਜਾ ਸੀ। ਇੱਕ ਵਾਰੀ ਰਿਸ਼ੀ ਨੇ ਰਾਜੇ ਅਤੇ ਉਹਦੀ ਸੈਨਾ ਦੀ ਭੋਜਨ ਦੀ ਕਾਮਧੇਨ ਗਾਂ ਦੇ ਨਾਲ ਸਹਾਇਤਾ ਕੀਤੀ ਸੀ, ਤੇ ਸਹਿਜ ਬਾਹੋ ਨੇ ਕਾਮਧੇਨ ਗਊ ਨੂੰ ਕਾਬੂ ਕਰਨੀ ਚਾਹਿਆ ਕਿ ਮੈਨੂੰ ਮਿਲ ਜਾਵੇ। ਲੜਾਈ ਹੋ ਗਈ ਤੇ ਜਮਦਗਨ ਮਾਰਿਆ ਗਿਆ। ਜਮਦਗਨ ਦਾ ਪੁੱਤਰ ਜਿਹੜਾ ਪਰਸ਼ੁਰਾਮ ਨੇ ਬਦਲਾ ਲਿਆ ਤੇ ਸਹਿਜ ਬਾਹੋ ਨੂੰ ਮਾਰ ਦਿੱਤਾ। ਮਦ ਕੀਟ, ਮਧੂ ਜਿਹੜਾ ਸੀ ਸਾਧ ਸੰਗਤ ਇੱਕ ਦੈਂਤ ਸੀ, ਵਿਸ਼ਨੂੰ ਦੇ ਕੰਨਾਂ ਦੇ ਵਿੱਚੋਂ ਜੰਮਿਆ ਸੀ ਤੇ ਵਿਸ਼ਨੂੰ ਨੇ ਹੀ ਮਾਰ ਦਿੱਤੇ ਸਨ ਇਹ ਸਾਰੇ। ਸਹਿਜ ਬਾਹੋ ਜਿਹੜਾ ਸੀ, ਪਹਿਲੇ ਇਹਦੀ ਆਪਾਂ ਚੰਗੀ ਤਰ੍ਹਾਂ ਗੱਲ ਕਰ ਲਈਏ ਕਿ ਜਮਦਗਨ ਰਿਸ਼ੀ ਹੋਇਆ ਸਾਧ ਸੰਗਤ, ਤੇ ਇਹਦੀ ਮਦਦ ਦੇ ਵਾਸਤੇ ਜਮਦਗਨ ਰਿਸ਼ੀ ਨੇ ਕੀ ਕੀਤਾ ਸੀ, ਸਹਿਜ ਬਾਹੋ ਦਾ ਸਾਂਢੂ ਸੀ ਤੇ ਇਹਨੇ ਮਦਦ ਮੰਗੀ ਜਮਦਗਨ ਰਿਸ਼ੀ ਕੋਲੋਂ। ਜਮਦਗਨ ਰਿਸ਼ੀ ਦੇ ਕੋਲੋਂ ਉਹਦਾ ਕਾਮਧੇਨ ਗਊ ਸੀ ਤੇ ਇਹਨੇ ਕਾਮਧੇਨ ਗਊ ਦੇ ਦਿੱਤੀ ਉਹਨੂੰ, ਤੇ ਉਹਦੇ ਵਿੱਚੋਂ ਕਹਿੰਦੇ ਸੈਨਾ ਨਿਕਲੀ ਜਾਵੇ ਤੇ ਬੜਾ ਕੁਝ ਹੋਇਆ। ਉਹਦੇ ਵਿੱਚੋਂ ਸਾਰਾ ਕੁਝ ਪ੍ਰਾਪਤ ਹੋ ਗਿਆ ਤੇ ਉਹ ਜਿੱਤ ਗਿਆ। ਜਦੋਂ ਜਿੱਤ ਪ੍ਰਾਪਤ ਹੋ ਗਈ, ਹੁਣ ਗਊ ਵਾਪਸ ਕਰਨੀ ਸੀ ਤੇ ਸਹਿਜ ਬਾਹੋ ਨੇ ਗਊ ਵਾਪਸ ਨਾ ਕੀਤੀ। ਜਦੋਂ ਗਊ ਨਾ ਵਾਪਸ ਕੀਤੀ, ਫਿਰ ਜਮਦਗਨ ਰਿਸ਼ੀ ਨੇ ਆਪਣੇ ਸਾਂਢੂ ਦੇ ਨਾਲ ਜੰਗ ਰਚਾਤੀ। ਉਸ ਜੰਗ ਦੇ ਵਿੱਚ ਜਮਦਗਨ ਰਿਸ਼ੀ ਮਾਰਿਆ ਗਿਆ। ਫਿਰ ਇਹਦਾ ਪੁੱਤਰ ਗਾਂ ਹੋਇਆ ਸਾਧ ਸੰਗਤ ਇਹ ਜਮਦਗਨ ਰਿਸ਼ੀ ਦਾ, ਜਿਹਨੂੰ ਪਰਸ਼ੂਰਾਮ ਕਿਹਾ ਜਾਂਦਾ ਹੈ। ਪਰਸ਼ੂਰਾਮ ਵੀ ਇੱਕ ਰਾਮ ਦਾ ਅਵਤਾਰ ਮੰਨਿਆ ਗਿਆ। ਫਿਰ ਉਸ ਅਵਤਾਰ ਨੇ ਜਮਦਗਨ ਰਿਸ਼ੀ ਦੇ ਪੁੱਤਰ ਨੇ ਆਪਣਾ ਬਦਲਾ ਲਿਆ ਤੇ ਸਹਿਜ ਬਾਹੋ ਨੂੰ ਮਾਰ ਦਿੱਤਾ ਤੇ ਉਹਦੇ ਕੋਲੋਂ ਜਿਹੜੀ ਕਾਮਧੇਨ ਗਊ ਸੀ ਉਹ ਖੋਹ ਲਈ ਸੀ। ਫਿਰ ਮਦ ਕੀਟ, ਮਦ ਦੈਤ ਸੀ, ਇਹਨੂੰ ਵਿਸ਼ਨੂੰ ਨੇ ਮਾਰ ਦਿੱਤਾ ਸੀ। ਮਹਿਖਾਸੁਰ ਦੈਤ ਸੀ ਜਿਹੜਾ ਦੁਰਗਾ ਦੇ ਹੱਥੋਂ ਮਾਰਿਆ ਗਿਆ, ਜਿਹਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੁਰਗਾ ਦੀ ਵਾਰ ਦੇ ਵਿੱਚ, ਚੰਡੀ ਦੀ ਵਾਰ ਦੇ ਵਿੱਚ ਜ਼ਿਕਰ ਕੀਤਾ। ਕਹਿਣ ਤੋਂ ਭਾਵ ਕਿ ਇਹਨਾਂ ਦੇ ਵਿੱਚ ਹੀ ਹੰਕਾਰ ਆ ਗਿਆ ਸੀ, ਸਹਿਜ ਬਾਹੋ ਦੇ ਮਨ ਚ ਵੀ ਤੇ ਮਦ ਕੀਟ ਦੇ ਮਨ ਚ ਵੀ ਆ ਗਿਆ ਸੀ ਹੰਕਾਰ। ਤੇ ਉਸ ਤੋਂ ਬਾਅਦ ਸਾਧ ਸੰਗਤ ਜਿਹੜਾ ਇਹ ਮਹਿਕਾਸੁਰ ਸੀ, ਇਹ ਵੀ ਕਹਿੰਦਾ ਸੀ ਮੇਰੇ ਵਰਗਾ ਕੋਈ ਹੈ ਨਹੀਂ। ਇਹਨੂੰ ਵੀ ਮਹਾਰਾਜ ਕਹਿੰਦੇ ਹੰਕਾਰ ਕਰਕੇ ਵੀ ਮਾਰਿਆ ਗਿਆ। ਹਰਨਾਕਸ਼ ਲੈ ਨਖੋਂ ਵਿਦਾਸਾ, ਹਰਨਾਕਸ਼ ਜਿਹੜਾ ਸੀ ਉਹਨੂੰ ਫਿਰ ਸਤਿਗੁਰੂ ਵਾਹਿਗੁਰੂ ਨੇ ਆਪਣੇ ਨੌਹਾਂ ਦੇ ਨਾਲ ਹੀ ਮਾਰ ਦਿੱਤਾ, ਨਰਸਿੰਘ ਅਵਤਾਰ ਧਾਰਨ ਕਰਕੇ। ਦੈਤ ਸੰਘਾਰੇ ਬਿਨ ਭਗਤ ਅਭਿਆਸਾ, ਮਹਾਰਾਜ ਕਹਿੰਦੇ ਸਾਰੇ ਦੈਂਤ ਪ੍ਰਭੂ ਦੀ ਭਗਤੀ ਦੇ ਅਭਿਆਸ ਤੋਂ ਵਾਂਝੇ ਰਹਿ ਕੇ
ਆਪਣੀ ਮੂਰਖਤਾ ਦੀ ਸਜ਼ਾ ਭੁਗਤ ਕੇ ਮਾਰੇ ਗਏ। ਰੱਬ ਦੀ ਭਗਤੀ ਨਹੀਂ ਕੀਤੀ। ਜੇ ਗੁਰੂ ਹੁੰਦਾ ਤੇ ਇਹਨਾਂ ਨੂੰ ਭਗਤੀ ਸਿਖਾਉਂਦਾ। ਹੁਣ ਗੁਰੂ ਸੀਗਾ ਨਹੀਂ ਕੋਈ, ਗੁਰੂ ਦੇ ਚਰਨ ਫੜੇ ਨਹੀਂ, ਤੇ ਫਿਰ ਹੋਇਆ ਕਿ ਭਗਤੀ ਨਹੀਂ ਕੀਤੀ, ਤੇ ਭਗਤੀ ਨਹੀਂ ਕੀਤੀ ਹੰਕਾਰ ਆ ਗਿਆ, ਤੇ ਜਦੋਂ ਹੰਕਾਰ ਆ ਗਿਆ ਤੇ ਫਿਰ ਹੰਕਾਰ ਨਾਲ ਮੌਤ ਹੋ ਗਈ। ਦੈਤ ਸੰਘਾਰੇ ਬਿਨ ਭਗਤ ਅਭਿਆਸਾ, ਭਗਤੀ ਤੋਂ ਬਿਨਾ, ਭਗਤੀ ਦਾ ਅਭਿਆਸ ਕੀਤੇ ਤੋਂ ਬਿਨਾ ਜੀਵਨ ਵਿਅਰਥ ਜਾਂਦਾ। ਮਹਾਰਾਜ ਦੱਸਦੇ ਆ, ਦੈਤਾਂ ਵਰਗਾ ਜੀਵਨ ਹੋ ਜਾਂਦਾ ਜਿਹੜਾ ਮਨੁੱਖ ਭਗਤੀ ਨਹੀਂ ਕਰਦਾ। ਜਰਾਸੰਧ ਕਾਲ ਜਮਨ ਸੰਘਾਰੇ, ਰਕਤ ਬੀਜ ਕਾਲ ਨੀਮ ਵਿਦਾਰੇ, ਦੈਤ ਸੰਘਾਰ ਸੰਤ ਨਿਸਤਾਰੇ। ਹੁਣ ਸਾਧ ਸੰਗਤ ਜਰਾਸਿੰਧ ਤੇ ਕਾਲ ਜਮਨ ਇਹ ਕ੍ਰਿਸ਼ਨ ਜੀ ਦੇ ਹੱਥੋਂ ਮਾਰੇ ਗਏ ਸਨ। ਬਿਹਾਰ ਉੜੀਸਾ ਦਾ ਰਾਜਾ ਸੀ ਕੰਸ ਦਾ ਸਹੁਰਾ ਜਰਾਸੰਧ ਜਿਹੜਾ ਸੀ, ਤੇ ਕੰਸ ਦਾ ਬਦਲਾ ਲੈਣ ਲਈ ਇਹਨੇ ਕ੍ਰਿਸ਼ਨ ਤੇ ਹਮਲਾ ਕੀਤਾ ਸੀ, ਕਿਉਂਕਿ ਕੰਸ ਨੂੰ ਮਾਰਤਾ ਸੀ ਕ੍ਰਿਸ਼ਨ ਜੀ ਨੇ। ਤੇ ਫਿਰ ਉਸ ਤੋਂ ਬਾਅਦ ਇਹ ਸਹੁਰਾ ਸੀ ਜਰਾਸੰਧ, ਇਹਨੇ ਫਿਰ ਬਦਲਾ ਲੈਣ ਵਾਸਤੇ ਕ੍ਰਿਸ਼ਨ ਤੇ ਹਮਲਾ ਕੀਤਾ। ਤੇ ਇਧਰ ਭੀਮ ਨੇ ਕ੍ਰਿਸ਼ਨ ਦੀ ਸਹਾਇਤਾ ਕੀਤੀ ਤੇ ਨਾਲ ਇਹਨੂੰ ਦੋ ਫਾੜ ਕਰਕੇ ਚੀਰ ਦਿੱਤਾ ਸੀ ਜਰਾਸੰਧ ਨੂੰ। ਤੇ ਜਰਾਸੰਧ ਦੋ ਰਾਣੀਆਂ ਤੋਂ ਦੋ ਹਿੱਸਿਆਂ ਦੇ ਵਿੱਚ ਜੰਮਿਆ ਕਿਹਾ ਗਿਆ ਸੀ। ਕਾਲ ਜਮਨ ਤੇ ਜਰਾਸੰਧ ਦਾ ਸਾਥੀ ਸੀ ਜਿਹੜਾ ਕਾਲ ਜਮਨ ਸੀ। ਇਹ ਦੋਵੇਂ ਆਪਣੇ ਆਪਸ ਦੇ ਵਿੱਚ ਸਾਥੀ ਸਨ, ਮਿੱਤਰ ਸਨ। ਇਹ ਦੋਵੇਂ ਸਿਰ ਜਿਹੜੇ ਸਨ ਇਹ ਕਾਲ ਜਮਨ ਤੇ ਜਰਾਸੰਧ ਇਹ ਕ੍ਰਿਸ਼ਨ ਜੀ ਦੇ ਹੱਥੋਂ ਮਾਰੇ ਗਏ। ਰਕਤ ਬੀਜ ਕਾਲ ਨੇਮ ਵਿਦਾਰੇ, ਰਕਤ ਬੀਜ ਜਿਹਦਾ ਜ਼ਿਕਰ ਸਤਿਗੁਰਾਂ ਨੇ ਚੰਡੀ ਦੀ ਵਾਰ ਚ ਕੀਤਾ। ਸੁੰਭ ਤੇ ਨਿਸੁੰਭ ਦਾ ਜਰਨੈਲ ਸੀ ਇਹ, ਇਹਦਾ ਦੁਰਗਾ ਦੇ ਨਾਲ ਜੰਗ ਹੋਇਆ ਤੇ ਜ਼ਖਮੀ ਹੋਣ ਦੇ ਨਾਲ ਇਹਦੇ ਲਹੂ ਦੇ ਜਿਹੜੇ ਕਤਰੇ ਸਾਧ ਸੰਗਤ ਡਿੱਗਦੇ ਸਨ। ਜਿਹੜਾ ਨਵਾਂ ਜਿੱਥੇ ਵੀ ਕਤਰਾ ਡਿੱਗਦਾ ਸੀ ਮਿੱਟੀ ਤੇ ਉੱਥੋਂ ਹੀ ਨਵਾਂ ਦੈਤ ਜੰਮ ਪੈਂਦਾ ਸੀ। ਬੜਾ ਮਾਰਨਾ ਔਖਾ ਸੀ। ਤੇ ਫਿਰ ਦੁਰਗਾ ਨੇ ਆਪਣੇ ਮੱਥੇ ਦੇ ਵਿੱਚੋਂ ਕਾਲੀ ਨੂੰ ਪ੍ਰਗਟ ਕੀਤਾ, ਤੇ ਉਸ ਕਾਲੀ ਨੇ ਫਿਰ ਕਾਲਕਾ ਨੇ ਇਹਦੇ ਮੱਥੇ ਚੋਂ ਨਿਕਲ ਕੇ ਰਕਤ ਬੀਜ ਦਾ ਲਹੂ ਜਿਹੜਾ ਸੀ ਉਹਨੂੰ ਕਤਰੇ ਤੇ ਕਤਰੇ ਪੀ ਗਈ। ਸਿਰ ਵੱਢ ਕੇ ਜਿਹੜਾ ਲਹੂ ਡਿੱਗਿਆ ਉਹ ਫਿਰ ਉਹਨੇ ਬਾਟੇ 'ਚ ਭਰ ਭਰ ਕੇ ਜਿਹੜੀ ਸੀ ਕਾਲੀ ਉਹਦੇ ਮੱਥੇ ਚੋਂ ਨਿਕਲੀ ਸੀ ਕਾਲੀ ਮਾਤਾ, ਉਹਨੇ ਫਿਰ ਉਹ ਸਾਰੇ ਦਾ ਸਾਰਾ ਰਕਤ ਬੀਜ ਦਾ ਜਿਹੜਾ ਸਾਧ ਸੰਗਤ ਲਹੂ ਸੀ ਉਹ ਪੀ ਲਿਆ ਸੀ, ਜਿਹਦੇ ਨਾਲ ਰਕਤ ਬੀਜ ਜਿਹੜਾ ਸੀ ਮਾਰਿਆ ਗਿਆ। ਰਕਤ ਬੀਜ ਕਾਲ ਨੇਮ, ਇਹ ਕਾਲ ਨੇਮ ਦਾ ਹੰਕਾਰੀ ਦੈਤ ਸੀ। ਇਹਨੂੰ ਵਿਸ਼ਨੂੰ ਨੇ ਮਾਰਿਆ ਸੀ ਆਪਣੇ ਤਰਸੂਲ ਦੇ ਨਾਲ। ਤਰਸੂਲ ਦੇ ਨਾਲ ਇਹਨੂੰ ਮਾਰ ਦਿੱਤਾ ਸੀ ਵਿਸ਼ਨੂੰ ਨੇ, ਇਹਦਾ ਸਿਰ ਵੱਢ ਦਿੱਤਾ ਸੀ, ਸਿਰ ਕੱਢ ਦਿੱਤਾ ਸੀ। ਦੈਤ ਸੰਘਾਰ ਸੰਤ ਨਿਸਤਾਰੇ, ਪਰਮਾਤਮਾ ਨੇ ਦੈਤ ਮਾਰ ਕੇ ਸੰਤਾਂ ਦੀ ਹਮੇਸ਼ਾ ਰੱਖਿਆ ਕੀਤੀ ਹੈ ਮਾਰੇ ਕਹਿੰਦੇ। ਸੋ ਸਤਿਗੁਰ ਕਹਿੰਦੇ ਆ ਕਿ ਇਹ ਵੱਡੇ ਵੱਡੇ ਜਿਹੜੇ ਜਰਾਸੰਧ ਕਾਲ ਜਮਨ ਰਕਤ ਬੀਜ ਕਾਲ ਨੇ ਵਰਗੇ ਜਿੰਨੇ ਵੀ ਦੈਤ ਹੰਕਾਰ ਕਰਕੇ ਇਸ ਤਰ੍ਹਾਂ ਦੇ ਬਣ ਗਏ, ਤੇ ਫਿਰ ਇਹਨਾਂ ਦਾ ਅੰਤ ਐਸਾ ਹਸ਼ਰ ਹੋਇਆ ਕਿ ਇਹਨਾਂ ਨੂੰ ਫਿਰ ਮਰਨਾ ਪਿਆ। ਆਪੇ ਸਤਿਗੁਰ ਸ਼ਬਦ ਵਿਚਾਰੇ, ਮਾਰ ਕਹਿੰਦੇ ਸਤਿਗੁਰੂ ਜਿਹੜਾ ਹੈ ਆਪ ਹੀ ਸ਼ਬਦ ਦੀ ਵਿਚਾਰ ਦਿੰਦਾ ਹੈ ਮਨੁੱਖ ਨੂੰ। ਦੂਜੇ ਭਾਏ ਦੈਤ ਸੰਘਾਰੇ, ਸਤਿਗੁਰ ਕਹਿੰਦੇ ਪਰ ਮਾਇਆ ਦੇ ਮੋਹ ਦੇ ਵਿੱਚ ਫਸ ਕੇ ਮਨੁੱਖ ਦੈਤਾਂ ਵਰਗਾ ਬਣ ਜਾਂਦਾ ਹੈ, ਤੇ ਫਿਰ ਉਹਦੇ ਵਿੱਚ ਹੀ ਉਹਦਾ ਸੰਘਾਰ ਹੁੰਦਾ ਹੈ, ਉਹ ਉੱਥੇ ਹੀ ਮਰਦਾ ਰਹਿੰਦਾ ਹੈ। ਦੂਜੇ ਭਾਏ ਦੈਤ ਸੰਘਾਰੇ, ਦੂਜਾ ਭਾਅ ਕੀ ਹੈ ਮਾਇਆ ਦਾ। ਮਾਇਆ 'ਚ ਫਸ ਕੇ ਦੈਤ ਜਿਹੜੇ ਮਰ ਜਾਂਦੇ ਆ। ਮਨੁੱਖ ਦਾ ਸੁਭਾਅ ਦੈਤ ਵਰਗਾ ਹੋ ਜਾਂਦਾ ਹੈ ਨਾ ਜਦੋਂ ਮਾਇਆ 'ਚ ਫਸ ਜਾਂਦਾ ਹੈ, ਸ਼ਬਦ ਦੀ ਵਿਚਾਰ ਨਹੀਂ ਕਰਦਾ। ਮਹਾਰਾਜ ਕਹਿੰਦੇ ਸ਼ਬਦ ਦੀ ਵਿਚਾਰ ਨਹੀਂ ਕਰਦੇ, ਫਿਰ ਦੂਜੇ ਭਾਅ ਫਸ ਜਾਂਦੇ ਆ, ਫਿਰ ਉਸ ਤੋਂ ਬਾਅਦ ਉਹਨਾਂ ਦਾ ਸੰਘਾਰ ਹੁੰਦਾ, ਫਿਰ ਉਹ ਮਰਦੇ ਆ। ਗੁਰਮੁਖ ਸਾਚ ਭਗਤ ਨਿਸਤਾਰੇ, ਪਰ ਜਿਹੜੇ ਗੁਰਮੁਖ ਹੁੰਦੇ ਆ ਉਹ ਸੱਚੀ ਭਗਤੀ ਕਰਦੇ ਵਾਹਿਗੁਰੂ ਦੀ, ਤੇ ਉਹਨਾਂ ਦਾ ਨਿਸਤਾਰਾ ਹੁੰਦਾ। ਵਾਹਿਗੁਰੂ ਉਹਨਾਂ ਦਾ ਪਾਰ ਉਤਾਰਾ ਕਰਦਾ ਹੈ, ਉਹਨਾਂ ਦੀ ਰੱਖਿਆ ਕਰਦਾ। ਜਿਹੜੇ ਗੁਰਮੁਖ ਹੁੰਦੇ, ਜਿਹੜੇ ਹੰਕਾਰ ਨਹੀਂ ਕਰਦੇ, ਜਿਹੜੇ ਗੁਰੂ ਨੂੰ ਸਾਰਾ ਕੁਛ ਮੰਨਦੇ। ਬੁੱਢਾ ਦੁਰਯੋਧਨ ਪਤ ਕੋਈ, ਦੂਜੇ ਭਾਏ ਰਾਮ ਨਾ ਜਾਣਿਆ ਕਰਤਾ ਸੋਈ। ਹੁਣ ਸਾਧ ਸੰਗਤ ਦੁਰਯੋਧਨ ਹੰਕਾਰ 'ਚ ਡੁੱਬਿਆ ਤੇ ਆਪਣੀ ਇੱਜ਼ਤ ਗਵਾ ਬੈਠਾ। ਆਪਣੀ ਪੱਤ ਗਵਾ ਬੈਠਾ। ਦੁਰਯੋਧਨ ਧ੍ਰਿਸ਼ਟਰਾਸ਼ਟਰ ਦਾ ਪੁੱਤਰ ਸੀ, ਬੜਾ ਹੰਕਾਰੀ ਲੋਭੀ ਸੀ। ਉਹਨੇ ਪਾਂਡਵਾਂ ਤੋਂ ਜੂਏ ਦੇ ਵਿੱਚ ਦਗੇ ਦੇ ਨਾਲ ਰਾਜ ਖੋਇਆ ਸੀ ਦੁਰਯੋਧਨ ਨੇ। ਆਖਿਰ ਪਾਂਡਵਾਂ ਦੇ ਹੱਥੋਂ ਯੁੱਧ ਦੇ ਵਿੱਚ ਮਾਰਿਆ ਗਿਆ ਸੀ। ਬੁੱਢਾ ਦੁਰਯੋਧਨ ਪਤ ਕੋਈ, ਆਪਣੀ ਇੱਜ਼ਤ ਗਵਾ ਬੈਠਾ। ਬੁੱਢਾ ਦਾ ਅਰਥ ਸੀ, ਅਰਥ ਆ ਡੁੱਬਣਾ, ਡੁੱਬਿਆ ਹੋਇਆ, ਹੰਕਾਰ ਦੇ ਵਿੱਚ ਡੁੱਬਿਆ ਹੋਇਆ। ਦੁਰਯੋਧਨ ਹੰਕਾਰ ਦੇ ਵਿੱਚ ਡੁੱਬਿਆ ਹੋਇਆ, ਆਪਣੀ ਪੱਤ ਗਵਾ ਬੈਠਾ। ਆਰਾਮ ਨਾਲ ਜਾਣਿਆ ਕਰਤਾ ਸੋਈ, ਉਹਨੇ ਰੱਬ ਨੂੰ ਯਾਦ ਨਹੀਂ ਕੀਤਾ, ਰਾਮ ਨੂੰ ਚੇਤੇ ਨਹੀਂ ਕੀਤਾ, ਵਾਹਿਗੁਰੂ ਨੂੰ, ਕਿ ਕਾਰਨ ਵਾਹਿਗੁਰੂ ਉਹ ਹੈ, ਉਹਨੂੰ ਯਾਦ ਨਹੀਂ ਕੀਤਾ, ਇਸ ਕਰਕੇ ਉਹਦੀ ਪੱਤ ਨਹੀਂ ਰਹੀ। ਦੁਰਯੋਧਨ ਨੂੰ ਫਿਰ ਅੰਤ ਮਰਨਾ ਪਿਆ।
ਜਨ ਕੋ ਦੁਖ ਪਚੈ ਦੁਖ ਹੋਈ। ਮਹਾਰਾਜ ਕਹਿੰਦੇ ਪਰ ਜਿਹੜਾ ਮਨੁੱਖ ਜਿਹੜਾ ਪ੍ਰਮਾਤਮਾ ਦੇ ਦਾਸ ਨੂੰ ਦੁੱਖ ਦਿੰਦਾ ਹੈ, ਖੁਆਰ ਕਰਦਾ ਹੈ, ਉਹਨੂੰ ਆਪ ਨੂੰ ਹੀ ਦੁੱਖ ਹੋ ਜਾਂਦਾ ਹੈ, ਆਪ ਹੀ ਉਹ ਮਾਰਿਆ ਜਾਂਦਾ। ਹੁਣ ਇਹਨੇ ਦੁਰਯੋਧਨ ਨੇ ਕਿਤੇ ਮਾੜੀ ਕੀਤੀ ਸੀ, ਉਹ ਚੰਗੀ ਕੀਤੀ ਸੀ ਉਹਦੇ ਨਾਲ, ਦ੍ਰੋਪਦੀ ਨਾਲ ਉਹਦਾ ਚੀਰਹਰਨ ਕੀਤਾ ਸੀ। ਹੁਣ ਦ੍ਰੋਪਦੀ ਕ੍ਰਿਸ਼ਨ ਜੀ ਤੇ ਬੜੀ ਭਗਤ ਸੀ ਕ੍ਰਿਸ਼ਨ ਜੀ ਦੀ, ਤੇ ਕ੍ਰਿਸ਼ਨ ਨੂੰ ਚੇਤੇ ਕਰਦੀ ਸੀ ਵਾਰ-ਵਾਰ। ਹੁਣ ਉਹਦੀ ਪੱਤ ਲੁੱਟਣ ਲੱਗਾ ਸੀ, ਪਰ ਹੁਣ ਇਹਦੀ ਆਪਣੀ ਪੱਤ ਖੋਈ ਗਈ ਤੇ ਰੱਬ ਨੂੰ ਜਾਣਿਆ ਨੀ। ਅੰਤ ਫਿਰ ਸਤਿਗੁਰ ਕਹਿੰਦੇ ਜਨ ਕੋ ਦੁਖ ਪਚੈ ਦੁਖ ਹੋਈ। ਜਿਹੜਾ ਮਨੁੱਖ ਵਾਹਿਗੁਰੂ ਦੇ ਜਨ ਨੂੰ ਦੁੱਖ ਦੇਣਾ ਚਾਹੁੰਦਾ ਹੈ, ਸਤਿਗੁਰ ਕਹਿੰਦੇ ਉਹਨੂੰ ਆਪ ਨੂੰ ਬੜਾ ਦੁੱਖ ਹੁੰਦਾ। ਜਨਮੇਜੈ ਗੁਰ ਸ਼ਬਦ ਨਾ ਜਾਣਿਆ, ਕਿਉ ਸੁਖ ਪਾਵੇ ਭਰਮ ਭੁਲਾਨਿਆ। ਇੱਕ ਤਿਲ ਭੁੱਲੈ ਬਹੁਰ ਪਛਤਾਨਿਆ। ਹੁਣ ਸਤਿਗੁਰਾਂ ਨੇ ਅੱਗੇ ਬਖਸ਼ਿਸ਼ ਕੀਤੀ ਆ। ਜਨਮੇਜਾ ਇਹ ਪ੍ਰੀਖਿਤ ਰਿਸ਼ੀ ਦਾ ਪੁੱਤਰ ਸੀ, ਇੱਕ ਪ੍ਰਸਿੱਧ ਰਾਜਾ ਸੀ। ਇਹਦੇ ਪਿਤਾ ਪ੍ਰੀਖਿਤ ਨੂੰ ਤਸ਼ਕ ਸੱਪ ਨੇ ਡੰਗ ਮਾਰ ਦਿੱਤਾ ਸੀ ਤੇ ਜਨਮੇਜਾ ਸੱਪਾਂ ਦਾ ਫਿਰ ਵੈਰੀ ਬਣ ਗਿਆ ਤੇ ਸਰਬ ਮੇਧ ਜੱਗ ਕਰਕੇ ਨੇ ਅਨੇਕਾਂ ਸੱਪਾਂ ਨੂੰ ਮਾਰਿਆ। ਤੇ ਬਿਆਸ ਇਹਦਾ ਗੁਰੂ ਸੀ। ਇੱਕ ਵਾਰੀ ਅਸਵਮੇਧ ਜਾਗੇ ਨੇ ਕੀਤਾ ਤੇ ਇਹਦੀ ਇਸਤਰੀ ਬਹੁਤ ਬਰੀਕ ਵਸਤਰਾਂ ਦੇ ਵਿੱਚ ਉੱਥੇ ਆਈ, ਪਤਲੇ ਵਸਤਰ ਪਾ ਕੇ। ਭੋਜਨ ਖਾਣ ਆਏ 18 ਬ੍ਰਾਹਮਣ ਵੇਖ ਕੇ ਹੱਸ ਪਏ ਇਹਦੀ ਘਰਵਾਲੀ ਨੂੰ, ਤੇ ਰਾਜੇ ਨੇ ਕਤਲ ਕਰਾ ਦਿੱਤੇ ਸਾਰੇ ਦੇ ਸਾਰੇ ਬ੍ਰਾਹਮਣ ਇਹਨੇ ਜਨਮੇਜੇ ਨੇ। ਹੁਣ ਬ੍ਰਹਮ ਹੱਤਿਆ ਦੇ ਕਾਰਨ ਕੋੜ ਹੋ ਗਿਆ ਇਹਨੂੰ, ਰਾਜੇ ਜਨਮੇਜੇ ਨੂੰ। ਫਿਰ ਇਹਨੇ ਮਹਾਭਾਰਤ ਦੀ ਕਥਾ ਸੁਣੀ ਤੇ ਕੋੜ ਇਹਦਾ ਹਟਦਾ ਗਿਆ। ਜਦੋਂ ਇਹਨੇ ਇਹ ਸੁਣਿਆ ਕਿ ਭੀਮ ਨੇ ਜਿਹੜੇ ਹਾਥੀ ਆਕਾਸ਼ ਵਿੱਚ ਸੁੱਟੇ ਸਨ ਤੇ ਅਜੇ ਤੱਕ ਨਹੀਂ ਡਿੱਗੇ, ਤੇ ਜਨਮੇਜੇ ਨੂੰ ਸ਼ੱਕ ਹੋ ਗਿਆ ਤੇ ਇਹਦਾ ਜਿਹੜਾ ਕੋੜ ਸੀ ਅੰਗੂਠੇ ਤੇ ਟਿਕ ਗਿਆ। ਜਨਮੇਜੇ ਗੁਰ ਸ਼ਬਦ ਨਾ ਜਾਣਿਆ, ਗੁਰੂ ਦੇ ਸ਼ਬਦ ਨੂੰ ਸਤਿਗੁਰ ਕਹਿੰਦੇ ਗੁਰੂ ਦੀ ਸਿੱਖਿਆ ਨੂੰ ਸਮਝਿਆ ਨਹੀਂ ਇਹਨੇ ਜਨਮੇਜੇ ਨੇ। ਤੇ ਫਿਰ ਹੋਇਆ ਕਿ ਇਹਨੂੰ ਜੇ ਗੁਰੂ ਹੁੰਦਾ ਤੇ ਇਹਦਾ ਪਾਰ ਉਤਾਰਾ ਕਰਦਾ, ਇਹਦਾ ਸ਼ੰਕਾ ਨਿਵਰਤ ਕਰਦਾ। ਇਹਨੇ ਕੀ ਕੀਤਾ ਕਿ ਫਿਰ ਤਾਂ ਵੀ ਸ਼ੰਕਾ ਇਹਦੇ ਮਨ 'ਚ ਰਿਹਾ। ਇਹਨੇ ਫਿਰ ਕਈ ਜਿਹੜੇ ਸੀ ਬ੍ਰਾਹਮਣ ਉਹਨਾਂ ਨੂੰ ਮਾਰਿਆ। ਫਿਰ ਜਦੋਂ ਸਰੀਰ ਨੂੰ ਕੋੜ ਹੋ ਗਿਆ, ਫਿਰ ਇਹਨੂੰ ਕਿਸੇ ਨੇ ਕਿਹਾ ਕਿ ਤੂੰ ਮਹਾਭਾਰਤ ਸੁਣ। ਮਹਾਭਾਰਤ ਸੁਣੀ। ਹੁਣ ਮਹਾਭਾਰਤ ਦੇ ਵਿੱਚ ਇੱਕ ਗੱਲ ਆਉਂਦੀ ਹੈ ਕਿ ਭੀਮ ਬੜਾ ਸ਼ਕਤੀਸ਼ਾਲੀ ਸੀ, ਉਹਨੇ ਪੂਛਾਂ ਤੋਂ ਹਾਥੀ ਪੜ ਕੇ ਆਕਾਸ਼ ਵੱਲ ਸੁੱਟ ਦਿੱਤੇ ਸਨ, ਤੇ ਅੱਜ ਵੀ ਕਹਿੰਦੇ ਆਕਾਸ਼ ਦੇ ਵਿੱਚ ਤੁਰੇ ਫਿਰਦੇ ਆ। ਇਹਨੇ ਸ਼ੱਕ ਕੀਤਾ ਜਨਮੇਜੇ ਨੇ, ਕਹਿੰਦਾ ਹੈ ਏਦਾਂ ਵੀ ਹੋ ਸਕਦਾ। ਜਦੋਂ ਇਹਨੇ ਸ਼ੱਕ ਕੀਤਾ ਤੇ ਅੰਗੂਠੇ ਤੇ ਜਿਹੜਾ ਸੀ ਕੋੜ ਹੋ ਰਹਿ ਗਿਆ, ਬਾਕੀ ਸਰੀਰ ਠੀਕ ਹੋ ਗਿਆ ਸੀ। ਤੇ ਮਹਾਰਾਜ ਜਨਮੇਜੇ ਦਾ ਉਦਾਹਰਨ ਦੇ ਕੇ ਕਹਿੰਦੇ, ਮਹਾਰਾਜ ਕਹਿੰਦੇ ਗੁਰੂ ਦਾ ਸ਼ਬਦ ਨਹੀਂ ਜਾਣਿਆ ਵੀ ਇਸੇ ਤਰ੍ਹਾਂ ਹੀ ਰਿਹਾ, ਕਿਉਂ ਸੁਖ ਪਾਵੇ ਭਰਮ ਭੁਲਾਨਿਆ। ਮਹਾਰਾਜ ਕਹਿੰਦੇ ਭੁਲੇਖੇ ਦੇ ਵਿੱਚ ਕੁਰਾਏ ਪੈ ਗਿਆ, ਫਿਰ ਸੁੱਖ ਕਿੱਥੋਂ ਮਿਲੇ, ਕਿਵੇਂ ਇਹਨੂੰ ਸੁੱਖ ਮਿਲਦਾ। ਜਨਮੇਜਾ ਤੇ ਆਪ ਦੁਖੀ ਹੈ। ਇੱਕ ਤਿਲ ਭੁੱਲੈ ਬਹੁਰ ਪਛਾਨਿਆ। ਇੱਕ ਤਿਲ ਭੁੱਲ ਗਿਆ ਸੀ ਇਹ। ਸਤਿਗੁਰ ਕਹਿੰਦੇ ਆ ਕਿ ਇੱਕ ਤਿਲ ਭੁੱਲਣ ਕਰਕੇ ਇਹਨੂੰ ਕੋੜ ਵਿਆਪ ਗਿਆ, ਕਿ ਇਹਦੇ ਬਿਪਤਾ ਤੋਂ, ਕੋੜ ਵਰਗੀ ਬਿਪਤਾ ਤੋਂ ਬਚਾਉਣ ਦਾ ਉਦਮ ਕੀਤਾ, ਪਰ ਫਿਰ ਵੀ ਥੋੜਾ ਜਿਹਾ ਖੁੰਝ ਗਿਆ ਤੇ ਮੁੜ ਪਛਤਾਇਆ ਬੜਾ। ਜਿਹੜਾ ਹੰਕਾਰ ਕਰਕੇ ਸਿਆਣਿਆਂ ਦੀ ਅਕਲ ਦੇ ਵਿੱਚ ਚੱਕਰ ਪਾ ਦਿੰਦਾ ਹੈ ਵਾਹਿਗੁਰੂ, ਤਾਂ ਕਰਕੇ ਇਹਨੇ ਥੋੜਾ ਜਿਹਾ ਜਿਹੜਾ ਸੀ ਸਾਧ ਸੰਗਤ, ਇਹਨੇ ਇੱਕ ਤਿਲ ਭੁੱਲੇ ਭੁੱਲ ਗਿਆ। ਇਹਨੇ ਸ਼ੰਕਾ ਕੀਤਾ ਤੇ ਬਹੁਤ ਪਛਤਾਨੇ ਫਿਰ ਪਛਤਾਇਆ ਕਿ ਲੈ ਐਵੇਂ ਮੈਂ ਕੀ ਕਰ ਦਿੱਤਾ, ਮੇਰੇ ਅੰਗੂਠੇ ਦਾ ਕੋੜ ਵੀ ਠੀਕ ਹੋ ਜਾਣਾ ਸੀ। ਸਤਿਗੁਰ ਕਹਿੰਦੇ ਜੇ ਗੁਰੂ ਹੁੰਦਾ ਇਹਦੇ ਕੋਲ ਤੇ ਵੀ ਬਚ ਜਾਂਦਾ, ਜੇ ਗੁਰੂ ਦਾ ਸ਼ਬਦ ਜਾਣਦਾ ਹੁੰਦਾ ਤੇ ਸ਼ੰਕਾ ਨਾ ਕਰਦਾ। ਕੰਸ ਕੇਸ ਚਾਂਡੂਰ ਨਾ ਕੋਈ, ਰਾਮ ਨਾ ਚੀਨਿਆ ਆਪਣੀ ਪਦ ਕੋਈ। ਬਿਨ ਜਗਦੀਸ਼ ਨਾ ਰਾਖੈ ਕੋਈ। ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਅੱਗੇ ਰਹਿਮਤ ਕਰਦੇ ਆ ਕਿ ਕੰਸ, ਕੇਸੀ ਤੇ ਚਾਂਡੂਰ ਇਹ ਬੜੇ ਵੱਡੇ ਸੂਰਮੇ ਸਨ। ਸੂਰਮਤਾ ਦੇ ਬਰਾਬਰ ਇਹਨਾਂ ਦੇ ਕੋਈ ਨਹੀਂ ਸੀ। ਕੰਸ ਜਿਹੜਾ ਸੀ ਆਪਾਂ ਜਾਣਦੇ ਹਾਂ ਕ੍ਰਿਸ਼ਨ ਜੀ ਦਾ ਮਾਮਾ ਸੀ, ਉਗਰਸੈਨ ਦਾ ਪੁੱਤਰ, ਤੇ ਕ੍ਰਿਸ਼ਨ ਦੇ ਹੱਥੋਂ ਹੀ ਮਾਰਿਆ ਗਿਆ ਸੀ ਇਹਦਾ ਮਾਮਾ। ਤੇ ਕੇਸੀ ਕੰਸ ਇਹ ਪਹਿਲਵਾਨ ਸੀ, ਕੇਸੀ ਕੰਸ ਦਾ ਪਹਿਲਵਾਨ ਸੀ ਬੜਾ, ਤੇ ਕ੍ਰਿਸ਼ਨ ਨੇ ਇਹਨੂੰ ਵੀ ਮਾਰਿਆ ਸੀ। ਤੇ ਚੰਡੂਰ ਕੰਸ ਦਾ ਬੜਾ ਵੱਡਾ ਯੋਧਾ ਸੀ, ਜਿਹੜਾ ਹਮੇਸ਼ਾ ਦੇ ਕੋਲ ਰਹਿੰਦਾ ਸੀ। ਕ੍ਰਿਸ਼ਨ ਨੇ ਇਹਨੂੰ ਵੀ ਮਾਰਿਆ, ਤਿੰਨਾਂ ਨੂੰ ਮਾਰ ਦਿੱਤਾ। ਮਹਾਰਾਜ ਕਹਿੰਦੇ ਰਾਮ ਨਾ ਚੀਨਿਆ ਆਪਣੀ ਪਤ ਕੋਈ। ਜੇ ਰੱਬ ਨੂੰ ਯਾਦ ਕਰ ਲੈਂਦੇ, ਹੰਕਾਰ 'ਚ ਨਾ ਆਉਂਦੇ, ਆਪਣੀ ਤਾਕਤ ਨਾ ਵਿਖਾਉਂਦੇ, ਪ੍ਰਮਾਤਮਾ ਦੀ ਲੀਲਾ ਨੂੰ ਸਮਝ ਲੈਂਦੇ, ਤਾਂ ਸਤਿਗੁਰੂ ਕਹਿੰਦੇ ਆਪਣੀ ਇੱਜ਼ਤ ਗਵਾ ਕੇ ਨਾ ਜਾਣੇ। ਕਿਉਂਕਿ ਰਾਮ ਨਾ ਚੀਨਿਆ ਆਪਣੀ ਪਤ ਕੋਈ, ਪਤ ਖੋ ਕੇ ਸੰਸਾਰ ਤੋਂ ਗਏ। ਬਿਨ ਜਗਦੀਸ਼ ਨਾ ਰਾਖੇ ਕੋਈ। ਮਹਾਰਾਜ ਕਹਿੰਦੇ ਵਾਹਿਗੁਰੂ ਤੋਂ ਬਿਨਾਂ ਰੱਖਣ ਵਾਲਾ ਭਾਈ ਕੋਈ ਨਹੀਂ ਆ। ਕਰਤਾਰ ਤੋਂ ਬਿਨਾਂ, ਉਸ ਜਗਤ ਦੇ ਈਸ਼ਵਰ ਤੋਂ ਬਿਨਾਂ ਕੋਈ ਤਾਕਤ ਦਾ ਮਾਲਕ ਨਹੀਂ ਹੈ ਜਿਹੜਾ ਕਿਸੇ ਨੂੰ ਰੱਖ ਸਕੇ।
ਜੇ ਗੁਰੂ ਕੋਲ ਆਉਂਦੇ ਤੇ ਗੁਰੂ ਬਖਸ਼ਿਸ਼ ਕਰਦਾ, ਆਪਣੇ ਆਪ ਹੀ ਗਰਭ ਨਾਸ਼ ਹੋ ਜਾਂਦਾ ਤੇ ਇਹੋ ਜਿਹਾ ਕੰਮ ਨਾ ਕਰਦੇ। ਪਰ ਮਹਾਰਾਜ ਕਹਿੰਦੇ ਗੁਰਸਿੱਖਾਂ ਮੈਂ ਤੈਨੂੰ ਸਮਝਾਉਣਾ ਚਾਹੁੰਦਾ ਹਾਂ ਕਿ ਜੇ ਗੁਰੂ ਦੇ ਕੋਲ ਆਏਗਾ ਤੇ ਤੇਰਾ ਨਾਸ਼ ਹੋ ਜਾਏਗਾ ਹੰਕਾਰ। ਪਰ ਜੇ ਤੂੰ ਤਾਂ ਵੀ ਗੁਰੂ ਦੇ ਕੋਲ ਨਾ ਆਇਆ, ਇਹਨਾਂ ਦੀਆਂ ਗੱਲਾਂ ਸੁਣ ਕੇ ਵੀ ਗੁਰੂ ਦੇ ਕੋਲ ਨਾ ਆਇਆ, ਇਹ ਗੱਲ ਸਮਝ ਲਾ ਕਿ ਹੰਕਾਰ ਨੇ ਤੈਨੂੰ ਵੀ ਲੈ ਪੈਣਾ। ਇਹ ਹੰਕਾਰ ਬੜਾ ਸਾਧ ਸੰਗਤ, ਇਹ ਗਰਭ ਹਰ ਤਰ੍ਹਾਂ ਦਾ ਹੁੰਦਾ, ਹੰਕਾਰ ਹਰ ਚੀਜ਼ ਦਾ ਹੁੰਦਾ। ਚੀਜ਼ਾਂ ਦਾ ਹੰਕਾਰ, ਸਰੀਰ ਦਾ ਹੰਕਾਰ, ਤਾਕਤ ਦਾ ਹੰਕਾਰ, ਧੀਆਂ ਪੁੱਤਰਾਂ ਦਾ ਹੰਕਾਰ, ਸੈਨਾ ਦਾ ਹੰਕਾਰ, ਦੋਸਤਾਂ ਮਿੱਤਰਾਂ ਦਾ, ਇਹ ਸਾਰੇ ਹੰਕਾਰ ਦੇ ਵਿੱਚ ਹੀ ਆ ਜਾਂਦੇ। ਮਹਾਰਾਜ ਕਹਿੰਦੇ ਗੁਰਸਿੱਖਾ ਤੈਨੂੰ ਮੈਂ ਇੰਨੀਆਂ ਗੱਲਾਂ ਸਮਝਾ ਕੇ ਇਹੀ ਗੱਲ ਕਹਿਣਾ, ਬਿਨ ਗੁਰ ਗਰਭ ਨਾ ਮਿਟਿਆ ਜਾਏ, ਕਿ ਬਿਨਾਂ ਗੁਰੂ ਤੋਂ ਗਰਭ ਨਹੀਂ ਜੇ ਜਾਂਦਾ। ਇਹ ਗੱਲ ਯਾਦ ਰੱਖਣ ਵਾਲੀ ਹੈ। ਬਿਨ ਗੁਰ ਗਰਭ ਨਾ ਮਿਟਿਆ ਜਾਏ, ਬਿਨਾਂ ਗੁਰੂ ਤੋਂ ਗਰਭ ਹੰਕਾਰ ਕਦੀ ਵੀ ਮਿਟਦਾ ਨਹੀਂ ਹੈ, ਨਹੀਂ ਜਾਂਦਾ। ਗੁਰਮਤ ਧਰਮ ਧੀਰਜ ਹਰ ਨਾਏ, ਸਤਿਗੁਰੂ ਕਹਿੰਦੇ ਭਾਈ ਜਿਹੜਾ ਗੁਰੂ ਦੀ ਮੱਤ ਧਾਰਨ ਕਰਦਾ ਉਹ ਧਰਮੀ ਹੋ ਜਾਂਦਾ ਹੈ। ਧੀਰਜ ਉਹਦੇ ਜੀਵਨ ਚ ਆ ਜਾਂਦੀ, ਉਹ ਫਿਰ ਹਰੀ ਦਾ ਨਾਏ, ਹਰੀ ਦਾ ਨਾਮ ਧਿਆਉਂਦਾ ਹੈ। ਗੁਰੂ ਦੀ ਮੱਤ ਲੈ ਕੇ ਨਾਨਕ ਨਾਮ ਮਿਲੇ ਗੁਣ ਗਾਏ, ਸਤਿਗੁਰੂ ਕਹਿੰਦੇ ਫਿਰ ਉਹ ਮਨੁੱਖ ਨਾਨਕ ਨਾਮ ਮਿਲੇ ਗੁਣ ਗਾਏ, ਇਹਨੂੰ ਨਾਮ ਮਿਲ ਜਾਂਦਾ ਤੇ ਉਹ ਫਿਰ ਵਾਹਿਗੁਰੂ ਦੇ ਗੁਣ ਗਾਉਂਦਾ ਹੈ। ਕਿਹੜਾ ਗੁਣ ਗਾਉਂਦਾ ਹੈ? ਜਿਹੜਾ ਗੁਰੂ ਦੇ ਕੋਲ ਆਉਂਦਾ ਹੈ, ਜਿਹਦਾ ਹੰਕਾਰ ਗੁਰੂ ਮੇਟ ਦਿੰਦਾ ਹੈ। ਸੋ ਸਤਿਗੁਰਾਂ ਨੇ ਇਸ ਪੂਰੇ ਸ਼ਬਦ ਦੇ ਅੰਦਰ ਉਦਾਹਰਨਾਂ ਦੇ ਕੇ ਮਹਾਰਾਜ ਨੇ ਸਾਨੂੰ ਸਮਝਾਇਆ ਕਿ ਗੁਰਸਿੱਖੋ ਹੰਕਾਰ ਬੜਾ ਮਾੜਾ ਹੈ ਤੇ ਗੁਰੂ ਤੋਂ ਬਿਨਾਂ ਹੰਕਾਰ ਨਹੀਂ ਜੇ ਜਾਂਦਾ। ਤੇ ਜੇ ਹੰਕਾਰ ਕਰੋਗੇ ਤੇ ਦੈਂਤ ਬਣ ਜਾਓਗੇ, ਤੇ ਜੇ ਦੈਂਤ ਬਣ ਗਏ ਤੇ ਫਿਰ ਤੁਹਾਡਾ ਅੰਤ, ਤੁਹਾਡਾ ਹਸ਼ਰ ਬਹੁਤ ਮਾੜਾ ਹੋਏਗਾ। ਪਰ ਜੇ ਆਪਣੇ ਗੁਰੂ ਨੂੰ ਧਿਆਓਗੇ, ਗੁਰੂ ਨੂੰ ਯਾਦ ਕਰੋਗੇ, ਗੁਰੂ ਦੇ ਕੋਲ ਬਹੋਗੇ ਤੇ ਤੁਹਾਡਾ ਹੰਕਾਰ ਗੁਰੂ ਮੇਟ ਦੇਵੇਗਾ, ਨਾਸ਼ ਕਰ ਦੇਵੇਗਾ, ਤੁਹਾਨੂੰ ਨਾਮਦਾਨ ਬਖਸ਼ਿਸ਼ ਕਰ ਦੇਵੇਗਾ। ਤੁਸੀਂ ਧਰਮ ਵਾਲੇ ਹੋ ਜਾਓਗੇ, ਧੀਰਜ ਤੁਹਾਡੇ ਜੀਵਨ ਚ ਆ ਜਾਏਗਾ, ਤੁਸੀਂ ਨਾਮ ਜਪਿਆ ਕਰੋਗੇ। ਸੋ ਸਤਿਗੁਰੂ ਰਹਿਮਤ ਕਰਨ ਸਮਾਂ ਹੋ ਗਿਆ ਹੈ। ਭਾਵੇਂ ਕਿ ਅੱਜ ਇੱਕ ਹੀ ਸ਼ਬਦ ਵਿਚਾਰਿਆ ਗਿਆ, ਵਿਚਾਰ ਡੂੰਘੀ ਸੀ, ਕਿਉਂਕਿ ਜੇ ਇਕੱਲੇ ਇਕੱਲੇ ਕਰੈਕਟਰ ਦੇ ਪਿੱਛੇ ਨਾ ਜਾਂਦੇ, ਉਹਨਾਂ ਦਾ ਇਤਿਹਾਸ ਨਾ ਪਤਾ ਹੁੰਦਾ ਤੇ ਫਿਰ ਨਹੀਂ ਸੀ ਪਤਾ ਲੱਗਣਾ। ਸੋ ਇਸ ਕਰਕੇ ਇੱਕ ਹੀ ਸ਼ਬਦ ਹੋਇਆ ਹੈ ਅੱਜ। ਕੱਲ ਨੂੰ ਆਪਾਂ ਸਾਧ ਸੰਗਤ ਤੇ ਅਗਲਾ ਸ਼ਬਦ ਵਿਚਾਰਾਂਗੇ। ਸੋ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਸੰਭਾਵਤੀ ਹੈ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।